ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾ। ਹਰ ਚਰਨ ਸਰੋਵਰ ਤਹ ਕਰਹੁ ਨਿਵਾਸ ਮਣਾ। ਕਰ ਮਜਨ ਹਰ ਸਾਰੀ ਸਭ ਕਿਲ ਵਿਖ ਨਾਸ ਮਨਾ। ਹਰ ਚਰਨ ਸਰੋਵਰ ਤਹ ਕਰਹੁ ਨਿਵਾਸ ਮਨਾ। ਕਰ ਮਜਨ ਹਰ ਸਾਰੀ ਸਭ ਕਿਲ ਵਿਖ ਨਾਸ ਮਨਾ। ਕਰ ਸਦਾ ਮਜਨ ਗੋਬਿੰਦ ਸੱਜਣਾ। ਦੁਖ ਅੰਧੇਰਾ ਨਾਸੀ ਜਨਮ ਮਰਨ ਨਾ ਹੋਏ ਤਿਸ ਕੋ। ਕਾਟੈ ਜਮ ਕੇ ਫਾਸੇ ਮਿਲ ਸਾਧ ਸੰਗੇ ਨਾਮ ਰੰਗੇ। ਦਹਾ ਪੂਰਨ ਆਸੂ ਬਿਨਵੰਤ ਨਾਨਕ ਧਾਰ ਕਿਰਪਾ। ਹਰ ਚਰਨ ਕਮਲ ਨਿਵਾਸੋ ਮਿਲ ਸਾਧ ਸੰਗੇ ਨਾਮ ਰੰਗੇ। ਤਾਹਾ ਪੂਰਨ ਆਸੋ ਬਿਨਵੰਤ ਨਾਨਕ ਧਾਰ ਕਿਰਪਾ। ਹਰ ਚਰਨ ਕਮਲ ਨਿਵਾਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਦ ਵਿੱਚ ਗੁਰੂ ਪਿਆਰ ਸ਼ਰਧਾ ਸਤਿਕਾਰ ਵਿੱਚ ਅਦਬ ਸਹਿਤ ਸਤਿਕਾਰ ਸਹਿਤ ਭਾਵਨਾ ਸਹਿਤ ਸਤਿਗੁਰੂ ਜੀ ਦੀ ਅਨੰਤ ਬਖਸ਼ਿਸ਼ਾਂ ਨਾਲ ਨਿਵਾਜੀ ਹੋਈ ਪਾਵਨ ਪਵਿੱਤਰ ਧਰਤੀ ਤੇ ਆਪ ਨੇਤਾ ਪ੍ਰਤੀ ਦੀ ਤਰ੍ਹਾਂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਪਵਿੱਤਰ ਮੁਖਵਾਕ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਦੀ ਸਾਂਝ ਪਾਉਣ ਵਾਸਤੇ ਨਿਤਾ ਪ੍ਰਤੀ ਦੀ ਤਰ੍ਹਾਂ ਜੁੜ ਬੈਠੇ ਹੋ। ਸਤਿਗੁਰੂ ਜੀ ਨੇ ਤਰੁੱਟ ਕਰਕੇ ਇਹ ਸਾਨੂੰ ਸੁਭਾਗ ਘੜੀਆਂ ਬਖਸ਼ਿਸ਼ ਕੀਤੀਆਂ ਨੇ ਤਾਂ ਕਿ ਅਸੀਂ ਆਪਣਾ ਇਸ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਸਕੀਏ, ਗੁਰੂ ਨਾਲ ਜੁੜ ਸਕੀਏ। ਗੁਰੂ ਕੀ ਬਾਣੀ ਦਾ ਸ਼ਬਦ, ਗੁਰੂ ਕੀ ਬਾਣੀ ਸਾਡੇ ਹਿਰਦੇ ਵਿੱਚ ਵਸ ਜਾਵੇ। ਜਿਸ ਹਿਰਦੇ ਵਿੱਚ ਗੁਰੂ ਕੀ ਬਾਣੀ ਵਸ ਜਾਂਦੀ ਹੈ ਉੱਥੇ ਆਨੰਦ ਬਣ ਜਾਂਦਾ ਹੈ, ਉੱਥੇ ਇੱਕ ਰੌਂ ਚੱਲ ਪੈਂਦੀ ਹੈ। ਕਿਉਂਕਿ ਜਿੰਨੇ ਵੀ ਅਸੀਂ ਕੀਰਤਨ ਕਥਾ ਸਮਾਗਮ ਹੁੰਦੇ ਨੇ, ਅਕਸਰ ਕੀਰਤਨ ਵਿੱਚ ਜਿੰਨੇ ਵੀ ਵਾਜੇ ਵੱਜਦੇ ਨੇ, ਜਿੰਨੇ ਵੀ ਸਾਜ਼ ਵਜਾਏ ਜਾਂਦੇ ਨੇ, ਉਹਨਾਂ ਸਾਜ਼ਾਂ ਨੂੰ ਵਜਾ ਕੇ ਸ਼ਬਦ ਨੂੰ ਗਾਇਆ ਜਾਂਦਾ ਹੈ। ਇੱਕ ਮਨੋਰਥ ਹੈ ਕਿ ਸ਼ਬਦ ਹਿਰਦੇ ਵਿੱਚ ਵਸ ਜਾਵੇ। ਜਿਹੜੇ ਸਾਡੇ ਅੰਦਰ ਦੇ ਵਾਜੇ ਨੇ ਉਹ ਬੰਦ ਪਏ ਨੇ। ਸਾਡੇ ਅੰਦਰ ਦੇ ਵਾਜੇ ਜਿਹੜੇ ਬੰਦ ਨੇ ਉਹ ਵੱਜਣੇ ਸ਼ੁਰੂ ਹੋ ਜਾਣ। ਜਦੋਂ ਅੰਤਸ਼ਕਰਣ ਦੇ ਵਿੱਚ ਵਾਜੇ ਵੱਜਣ ਲੱਗ ਜਾਣਗੇ ਤੇ ਫਿਰ ਕੋਈ ਵੀ ਦੁਨੀਆ ਦਾ ਦੁੱਖ ਦੁਖੀ ਨਹੀਂ ਕਰ ਸਕਦਾ। ਦੁਨੀਆ ਦੀਆਂ ਸ਼ਕਤੀਆਂ, ਦੁਨੀਆ ਦੀਆਂ ਤਾਕਤਾਂ
ਇਹਨੂੰ ਕਿਸੇ ਵੀ ਕਿਸਮ ਨਾਲ ਪਰੇਸ਼ਾਨ ਨਹੀਂ ਕਰ ਸਕਦੀਆਂ। ਆਨੰਦ ਚਿੱਤ ਰਵੇਗਾ, ਕਿਉਂਕਿ ਮਨੁੱਖ ਇੱਕੋ ਇੱਕ ਲੋਚਦਾ ਹੈ ਕਿ ਮੈਂ ਸ਼ਾਂਤੀ ਵਾਲਾ ਆਨੰਦ ਵਾਲਾ ਜੀਵਨ ਬਸਰ ਕਰ ਸਕਾਂ, ਪਰ ਉਹ ਨਸੀਬ ਨਹੀਂ ਹੁੰਦਾ। ਬੜੇ ਹਿੱਲ ਸਟੇਸ਼ਨਾਂ ਤੇ ਜਾਂਦਾ ਹੈ, ਸੈਰਗਾਹਾਂ ਤੇ ਜਾਂਦਾ ਹੈ, ਬੜੇ ਬਾਗ ਬਗੀਚਿਆਂ ਵਿੱਚ, ਫੁੱਲਾਂ ਦੇ ਬਗੀਚਿਆਂ ਵਿੱਚ ਜਾ ਕੇ ਯਤਨ ਕਰਦਾ ਹੈ ਕਿ ਮੇਰਾ ਮਨ ਕਿਤੇ ਟਿਕ ਜਾਵੇ, ਪਰ ਮਨ ਦੇ ਅੰਦਰ ਇੱਕ ਚੰਚਲਤਾਈ ਹੈ, ਮਨ ਦੇ ਅੰਦਰ ਇੱਕ ਖਿੰਡਾਓ ਹੈ, ਮਨ ਖਿੰਡਿਆ ਹੋਇਆ ਹੈ ਫਿਰ ਵੀ ਟਿਕਦਾ ਨਹੀਂ ਹੈ। ਇਹਦੇ ਟਿਕਾਓ ਦੇ ਆਉਣ ਦਾ ਕਾਰਨ ਕਿਵੇਂ ਬਣੇ, ਇਸ ਦੀ ਸਾਂਝ ਪਾਉਣ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸੰਗਤ ਜੀ ਪਿਆਰ ਵਿੱਚ ਭਿੱਜ ਕੇ ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਨਾਮ ਨੂੰ ਆਪਣੀ ਰਸਨਾ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਜੀ, ਝੋਲੀ ਵਿੱਚ ਇਹ ਆਗਿਆ ਪਾਓ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾ। ਇਹ ਪਾਵਨ ਅੰਮ੍ਰਿਤ ਬਚਨ ਬਿਹਾਗੜਾ ਰਾਗ ਦੇ ਅੰਦਰ ਅੰਕਿਤ ਕੀਤਾ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 544 ਅੰਕ ਤੇ ਅਤੇ 45 ਦੇ ਉੱਤੇ ਸਭਾਏਮਾਨ ਹੈ। ਇਸ ਪਾਵਨ ਰਾਗ ਨੂੰ ਬਿਲਾਵਲ ਦੀ ਠਾਠ ਦਾ ਸੰਪੂਰਨ ਰਾਗ ਹੈ, ਇਹ ਜੋ ਬਿਹਾਗੜਾ ਰਾਗ ਹੈ। ਤੇ ਬਿਹਾਗੜਾ ਰਾਗ ਵਿੱਚ ਪੰਚਮ ਪਾਤਸ਼ਾਹ ਸ਼ਹੀਦੀ ਪਰੰਪਰਾ ਦੇ ਮੀਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਜਿਨ੍ਹਾਂ ਨੇ ਇਸ ਸੰਸਾਰ ਦੇ ਅੰਦਰ ਆ ਕੇ ਅੱਤ ਦੇ ਜ਼ਬਰ ਨਾਲ, ਅੱਤ ਦੇ ਸਬਰ ਨਾਲ ਮੁਕਾਬਲਾ ਕੀਤਾ। ਇੱਕ ਪਾਸੇ ਅੰਤਾਂ ਦਾ ਜ਼ਬਰ ਹੈ, ਇੱਕ ਪਾਸੇ ਅੰਤਾਂ ਦਾ ਜ਼ਬਰ ਜਨਾਹ ਹੈ, ਲੇਕਿਨ ਇੱਕ ਪਾਸੇ ਅੰਤਾਂ ਦਾ ਸਬਰ ਹੈ। ਕਿਉਂਕਿ ਗੱਲ ਇੱਕ ਯਾਦ ਰੱਖਿਓ, ਕਈ ਵਾਰ ਮਨੁੱਖ ਜ਼ਿੰਦਗੀ ਵਿੱਚ ਮਰਨ ਦੇ ਨਾਲ ਇਹ ਖਤਮ ਹੋ ਜਾਂਦਾ ਹੈ। ਕਈ ਵਾਰ ਮਨੁੱਖ ਜੀਂਦਾ ਹੋਇਆ ਵੀ ਮਰਿਆ ਹੋਇਆ ਹੁੰਦਾ ਹੈ। ਕਈ ਵਾਰ ਮਨੁੱਖ ਜੀਂਦਾ ਤਾਂ ਹੁੰਦਾ ਹੈ ਪਰ ਮਰਿਆ ਨਾਲੋਂ ਵੀ ਭੈੜਾ ਹੁੰਦਾ ਹੈ। ਉਹ ਮਨੁੱਖ ਹੁੰਦਾ ਹੈ ਜਿਹਦਾ ਕਹਿ ਲੋ ਕਿ ਆਤਮਕ ਮਰ ਜਾਵੇ, ਜਿਹਦੀ ਆਤਮਾ ਮਰ ਜਾਵੇ, ਉਹਨੂੰ ਮਰਿਆ ਹੋਇਆ ਮੰਨਿਆ ਜਾਂਦਾ ਹੈ। ਸਤਿਗੁਰੂ ਜੀ ਦੀ ਬਾਣੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਆਪਣੀ ਅੰਮ੍ਰਿਤ ਰਚਨਾ ਦੇ ਅੰਦਰ ਸਮਝਾਉਣ ਦਾ ਯਤਨ ਕੀਤਾ ਕਿ ਜ਼ਰੂਰੀ ਨਹੀਂ ਕਿ ਜਿਹੜੀ ਡੈਡ ਬੋਡੀ ਹੈ, ਜਿਹਦੇ ਵਿੱਚ ਸਵਾਸ ਨਹੀਂ ਚੱਲਦੇ, ਉਹ ਮਰਿਆ ਹੋਇਆ ਹੈ। ਹਾਂ, ਇਹ ਠੀਕ ਹੈ, ਜਿਹਦੇ ਵਿੱਚ ਸਵਾਸ ਨਹੀਂ ਚੱਲਦੇ ਉਹ ਸਰੀਰਕ ਤੌਰ ਤੇ ਮਰ ਚੁੱਕਾ ਹੈ, ਲੇਕਿਨ ਇਸ ਮੌਤ ਤੇ ਸਭ ਸੰਸਾਰ ਨੂੰ ਆਉਂਦੀ ਹੈ ਨਾ। ਇੱਕ ਉਹ ਮੌਤ ਹੈ ਜਿਹੜੀ ਜਿਉਂਦਿਆਂ ਵੀ ਆ ਜਾਂਦੀ ਹੈ, ਇੱਕ ਉਹ ਮੌਤ ਹੈ ਜਿਹੜੀ ਜਿਉਂਦਿਆਂ ਵੀ ਆ ਜਾਂਦੀ ਹੈ। ਸਤਿਗੁਰੂ ਜੀ ਨੂੰ ਪੁੱਛੀਏ, ਸਤਿਗੁਰੂ ਜੀ ਬਾਣੀ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪਣੀ ਰਚਨਾ ਵਿੱਚ ਕਹਿੰਦੇ, ਮਰਣੰ ਉਹ ਲੋਕ ਮਰੇ ਹੋਏ ਜਾਣੋ। ਕਿਹੜੇ ਜੀ? ਸਤਿਗੁਰੂ ਜੀ ਕਿਰਪਾ ਕਰੋ। ਤੇ ਸਤਿਗੁਰੂ ਜੀ ਕਹਿੰਦੇ, ਵਿਸਰਣੰ ਜਿਨ੍ਹਾਂ ਨੂੰ ਵਿਸਰ ਗਿਆ। ਕੌਣ? ਗੋ ਬਿੰਦ ਹੈ। ਗੋ ਨਾ ਧਰਤੀ ਦਾ ਹੈ, ਬਿੰਦ ਨਾ ਧਰਤੀ ਦੀ ਰੱਖਿਆ ਕਰਨ ਵਾਲੇ ਦਾ ਹੈ। ਜਿਹੜਾ ਧਰਤੀ ਦੀ ਰੱਖਿਆ ਕਰਨ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਜਿਸ ਨੇ ਆਪਣੇ ਜਿਹਨ ਵਿੱਚੋਂ ਵਿਸਾਰ ਦਿੱਤਾ, ਉਹ ਸਰੀਰਕ ਤੌਰ ਤੇ ਭਾਵੇਂ ਜਿੰਦਾ ਵੀ ਹੋਏ ਪਰ ਉਹ ਡੈਡ ਬੋਡੀ ਹੀ ਹੈ, ਉਹ ਮਰਿਆ ਹੋਇਆ ਹੀ ਹੈ। ਇੱਥੇ ਹੀ ਨਹੀਂ, ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇੱਕ ਹੋਰ ਬਚਨ ਵੀ ਕਹਿ ਦਿੱਤਾ। ਇਹ ਆਮ ਲੋਕਾਂ ਵਾਸਤੇ ਹੀ ਨਹੀਂ, ਖਾਸ ਲੋਕਾਂ ਵਾਸਤੇ ਵੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਅਤ ਸੁੰਦਰ ਬੇਹੱਦ ਸੁੰਦਰ ਹੋਵੇ, ਉਹਦੀ ਸੁੰਦਰਤਾ ਦੀ ਕੋਈ ਹੱਦ ਨਾ ਹੋਵੇ। ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ, ਮਿਰਤਕ ਕਹੀਏ ਨਾਨਕਾ ਜਿਹੇ ਪ੍ਰੀਤ ਨਹੀਂ ਭਗਵੰਤ। ਜੇ ਹਿਰਦੇ ਦੇ ਅੰਦਰ ਪ੍ਰੀਤ ਨਹੀਂ ਬਣੀ, ਜੇ ਪ੍ਰਮਾਤਮਾ ਨਾਲ ਪ੍ਰੀਤ ਨਹੀਂ ਹੈ, ਤੇ ਉਹ ਡੈਡ ਬੋਡੀ ਹੀ ਹੈ, ਉਹ ਮਰਿਆ ਹੋਇਆ ਹੀ ਹੈ। ਤੇ ਸਤਿਗੁਰਾਂ ਨੂੰ ਪੁੱਛੀਏ, ਸਤਿਗੁਰੂ ਜੀ ਕੋਈ ਲੋਕ ਜਿਉਂਦੇ ਵੀ ਹਨ? ਤੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪਣੀ ਰਚਨਾ ਵਿੱਚ ਹੀ ਸਮਝਾਉਂਦੇ ਹਨ, ਕਹਿੰਦੇ ਜਿਉਂਦੇ ਹਨ। ਕਿਹੜੇ ਜਿਉਂਦੇ ਨੇ? ਸਤਿਗੁਰੂ ਜੀ ਕਹਿੰਦੇ ਉਹ ਲੋਕ ਜਿਉਂਦੇ ਨੇ ਕਿਹੜੇ? ਜੀਵਨ ਹਰ ਨਾਮ ਧਿਆਵਣੇ, ਜਿਹੜੇ ਰੱਬ ਦੀ ਇਬਾਦਤ ਕਰਦੇ ਨੇ ਨਾ, ਜਿਹੜੇ ਰੱਬ ਦੀ ਸਿਫਤ ਸਲਾਹ ਕਰਦੇ ਹੈ,
ਜਿਹੜੀਆਂ ਆਤਮਾਵਾਂ ਦੇ ਅੰਦਰ ਪਰਮਾਤਮਾ ਦੀ ਰੌਂ ਚੱਲਦੀ ਹੈ, ਪਰਮਾਤਮਾ ਦੀ ਵਡਿਆਈ ਚੱਲਦੀ ਹੈ, ਉਹ ਲੋਕ ਜਿਉਂਦੇ ਹਨ। ਸਤਿਗੁਰੂ ਜੀ ਦੀ ਇਹ ਪਾਵਨ ਬਚਨ ਜਿਹੜਾ ਹੈ, ਇਹ ਬਿਹਾਗੜੇ ਦੇ ਰਾਗ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਾਡੀ ਝੋਲੀ ਵਿੱਚ ਪਾਉਣ ਦਾ ਯਤਨ ਕੀਤਾ ਹੈ। ਹਰ ਚਰਨ ਸਰੋਵਰ ਤਹਿ ਕਰੋ ਨਿਵਾਸ ਮਨਾ। ਪਰਮਾਤਮਾ ਦਾ ਨਾਮ ਰੂਪੀ ਸਰੋਵਰ ਹੈ ਤੇ ਜਿਸ ਸਰੋਵਰ ਦੇ ਵਿੱਚ ਮਨ ਨੇ ਨਿਵਾਸ ਕਰਨਾ ਹੈ। ਕਿਉਂਕਿ ਜਿਹੜਾ ਮਨ ਹੈ ਨਾ, ਮੈਂ ਪਹਿਲੇ ਵੀ ਗੱਲ ਕੀਤੀ ਕਿ ਮਨ ਹੀ ਜਿਹੜਾ ਹੈ ਖਿੰਡਿਆ ਹੋਇਆ ਹੈ, ਮਨ ਹੀ ਭਟਕਦਾ ਹੈ, ਮਨ ਹੀ ਮਨੁੱਖ ਨੂੰ ਟਿਕਣ ਨਹੀਂ ਦਿੰਦਾ, ਮਨ ਹੀ ਨਠਾਈ ਫਿਰਦਾ ਹੈ, ਮਨ ਦੇ ਪਿੱਛੇ ਹੀ ਮਨੁੱਖ ਦੌੜਿਆ ਫਿਰਦਾ ਹੈ। ਲੇਕਿਨ ਕੋਈ ਵਿਰਲਾ ਹੈ ਜੱਗ ਵਿੱਚ, ਕੋਈ ਵਿਰਲਾ ਹੈ, ਕੋਟਨ ਮੈਂ ਕਹੂੰ ਨਾਰਾਇਣ ਦੇ ਚੀਤ, ਜਿਨ੍ਹਾਂ ਦਾ ਚਿੱਤ ਰੱਬ ਨਾਲ ਲੱਗ ਜਾਂਦਾ ਹੈ, ਉਹਨਾਂ ਦਾ ਮਨ ਟਿਕ ਜਾਂਦਾ ਹੈ। ਵੈਸੇ ਗੁਰੂ ਨੇ ਇਹ ਕਿਹਾ ਹੈ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ, ਜੇ ਪੂਰਨ ਕਿਰਪਾ ਹੋਏ, ਪੂਰਨ ਕਿਰਪਾ ਹੋ ਜਾਵੇ ਤਾਂ ਮਨ ਟਿਕਦਾ ਹੈ। ਵੈਸੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੀ ਪਾਵਨ ਰਚਨਾ ਦੇ ਅੰਦਰ ਇਹ ਸਮਝਾਉਣ ਦਾ ਯਤਨ ਕੀਤਾ। ਸਤਿਗੁਰੂ ਜੀ ਕਹਿੰਦੇ ਕਿ ਇੱਕ ਕੰਮ ਕਰ ਲਿਆ ਜੇ ਮਨ ਹੈ ਨਾ, ਮਨ ਨੂੰ ਇੱਕ ਕੰਮ ਕਰੋ। ਕਿਹੜਾ ਕਰੋ? ਕਹਿੰਦੇ ਮਨ ਵਿੱਚ ਹੈ ਸਤਿਗੁਰ ਕੇ ਪਾਸ। ਤੁਸੀਂ ਇੱਕੋ ਇੱਕ ਕੰਮ ਕਰ ਲਓ, ਆਪਣਾ ਮਨ ਗੁਰੂ ਦੇ ਕੋਲ ਵੇਚ ਦਿਓ। ਜਦੋਂ ਮਨ ਗੁਰੂ ਅੱਗੇ ਵੇਚ ਦਈਏ ਨਾ ਜੀ, ਤੇ ਇੱਕ ਗੱਲ ਬੜੀ ਸਾਫ਼ ਹੈ, ਜਿਹੜੀ ਪ੍ਰਾਪਰਟੀ, ਜਿਹੜੀ ਕਾਰ, ਜਿਹੜੀ ਕੋਠੀ, ਜ਼ਮੀਨ, ਜਾਇਦਾਦ ਕਿਸੇ ਨੂੰ ਵੇਚ ਦਈਏ, ਫਿਰ ਉਸ ਦੀ ਮਰਜ਼ੀ ਤੋਂ ਬਿਨਾਂ ਉਹਦੇ ਵਿੱਚ ਪੈਰ ਨਹੀਂ ਰੱਖਿਆ ਜਾ ਸਕਦਾ, ਉਹਨੂੰ ਟੱਚ ਨਹੀਂ ਕੀਤਾ ਜਾ ਸਕਦਾ। ਤੇ ਇਸੇ ਤਰ੍ਹਾਂ ਜੇ ਮਨ ਤੂੰ ਆਪਣਾ ਗੁਰੂ ਅੱਗੇ ਰੱਖ ਦੇਵੇਂਗਾ, ਫਿਰ ਤੇਰੀ ਆਪਣੀ ਮਰਜ਼ੀ ਨਹੀਂ ਚੱਲੇਗੀ, ਫਿਰ ਗੁਰੂ ਦੀ ਮਰਜ਼ੀ ਚੱਲੇਗੀ। ਫਿਰ ਕੀ ਚੱਲੇਗੀ? ਜੋ ਗੁਰ ਕਹੈ ਸੋਈ ਪਲ ਮਨ ਹੋ ਜਾਏਗਾ। ਜੋ ਗੁਰੂ ਕਹੇਗਾ ਉਹ ਮਨ ਮੰਨੇਗਾ, ਤੇ ਮਨ ਮੰਨੇਗਾ, ਮਨ ਮੰਨੇ ਸੁਖ ਹੋਈ। ਜਦੋਂ ਤੇਰਾ ਮਨ ਮੰਨ ਜਾਵੇਗਾ ਨਾ, ਅਸਲ ਵਿੱਚ ਸੁਖ ਤੈਨੂੰ ਮਿਲਦਾ ਉਦੋਂ ਹੈ। ਮਨ ਦੇ ਮੰਨਣ ਵਿੱਚ ਸੁਖ ਹੈ ਤੇ ਮਨ ਦੇ ਨਾ ਮੰਨਣ ਵਿੱਚ, ਮਨ ਦੇ ਰੁੱਸਣ ਵਿੱਚ ਦੁੱਖ ਹੈ, ਕਲੇਸ਼ ਹੈ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਨਾਮ ਰੂਪੀ ਸਰੋਵਰ ਦੇ ਵਿੱਚ ਆਪਣੇ ਇਸ ਮਨ ਦਾ ਨਿਵਾਸ ਕਰਾਓ। ਕਰ ਮੱਜਣਾ ਹਰ ਸਰੀ ਸਭ ਕਿਲ ਵਿਖ ਨਾਸ ਮਨਾ। ਜੇ ਇਸ ਮਨ ਦਾ ਨਾਮ ਦੇ ਸਰੋਵਰ ਵਿੱਚ ਇਸ਼ਨਾਨ ਕਰਾਏਗਾ ਨਾ, ਮੱਜਣ ਤੋਂ ਭਾਵ ਇਸ਼ਨਾਨ, ਤੇ ਤੇਰੇ ਅੰਦਰ ਜਿੰਨੇ ਵੀ ਪਾਪ ਨੇ, ਜਿੰਨੇ ਵੀ ਅੰਦਰ ਕਿਉਂਕਿ ਮਨੁੱਖ ਦਾ ਅੰਦਰਲਾ ਜਿਹੜਾ ਹੈ ਨਾ, ਮਨ ਹੀ ਤੇ ਹੈ ਨਾ ਜਿਹੜਾ ਪਾਪ ਕਰਾਉਂਦਾ ਹੈ। ਸਾਰੇ ਸਰੀਰ ਨੂੰ, ਸਾਰੀ ਬਾਡੀ ਨੂੰ ਡਾਇਰੈਕਸ਼ਨ ਹੀ ਮਨ ਦਿੰਦਾ ਹੈ। ਜੇ ਮਨ ਬਲਵਾਨ ਹੋਵੇ, ਗੱਲ ਯਾਦ ਰੱਖਿਓ, ਤਨ ਬਲਵਾਨ ਹੋਵੇ, ਬੜੇ ਬੜੇ ਬਲਵਾਨੀ ਵੇਖੇ, ਬੜੇ ਬੜੇ ਤਾਕਤਵਰ ਵੇਖੇ, ਬੜੇ ਬੜੇ ਜਵਾਨ ਵੇਖੇ, ਪਰ ਮਨ ਤੋਂ ਡੋਲ ਜਾਂਦੇ ਦੇਖੇ। ਪਰ ਮਨ ਦੇ ਬੜੇ ਬੜੇ ਜਿਹੜੇ ਧਨੀ ਸਨ, ਜਿਹੜੇ ਮਨ ਦੇ ਧਨੀ ਸਨ, ਉਹਨਾਂ ਨੇ ਹਾਥੀਆਂ ਦੇ ਮੁਕਾਬਲੇ ਵੀ ਕਰ ਲਏ। ਇਹੀ ਇਤਿਹਾਸ ਹੈ ਨਾ। ਇਹ ਇਤਿਹਾਸ ਦੱਸਦਾ ਹੈ ਕਿ ਮਨ ਬਲਵਾਨ ਹੋਵੇ, ਸਰੀਰ ਭਾਵੇਂ ਕਮਜ਼ੋਰ ਵੀ ਹੋਵੇ, ਤਾਂ ਵੀ ਵੱਡੀ ਤੋਂ ਵੱਡੀ ਸ਼ਕਤੀ ਨਾਲ ਟੱਕਰ ਲੈਣ ਦੇ ਸਮਰੱਥਾ ਰੱਖਦਾ ਹੈ। ਸਤਿਗੁਰੂ ਜੀ ਨੇ ਸਾਰਾ ਇਸ ਗੱਲ ਦੇ ਉੱਤੇ ਦ੍ਰਿੜ ਕਰਾਇਆ। ਕਹਿਣ ਲੱਗੇ ਕਿ ਆਪਣੇ ਮਨ ਦਾ ਇਸ਼ਨਾਨ ਕਰਾ, ਤੇ ਜਿਹੜੇ ਮਨ ਦੇ ਅੰਦਰ ਤੇਰੇ ਪਾਪ ਨੇ ਨਾ, ਉਹ ਪਾਪ ਧੁੱਪ ਜਾਣਗੇ। ਤੇ ਜਦੋਂ ਪਾਪ ਧੁੱਪ ਜਾਣਗੇ, ਸਾਰੇ ਨਾਸ਼ ਹੋ ਜਾਣਗੇ, ਸਾਰੇ ਖਤਮ ਹੋ ਜਾਣਗੇ। ਕਰ ਸਦਾ ਮੱਜਣ ਗੋਬਿੰਦ ਸੱਜਣ ਦੁਖ ਅੰਧੇਰਾ ਨਾਸੀ। ਇਹ ਨਹੀਂ ਕਿ ਅੱਜ ਕਰ ਲਿਆ, ਕੱਲ ਨੂੰ ਫਿਰ ਦੇਖ ਲਾਂਗੇ, ਹੁਣ ਹੋ ਗਿਆ ਫਿਰ ਦੇਖਾਂਗੇ। ਵੈਸੇ ਤੇ ਸਾਡੀ ਸਿੱਖ ਰਹਿਤ ਮਰਿਆਦਾ ਵਿੱਚ ਵੀ ਲਿਖਿਆ ਹੈ ਨਾ ਕਿ ਸਿੱਖ ਨੇ ਪਹਿਰ ਰਾਤ ਰਹਿੰਦੀ ਉੱਠਣਾ ਹੈ, ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਦਾ ਹੋਇਆ, ਵਾਹਿਗੁਰੂ ਦਾ ਧਿਆਨ ਧਰਦਾ ਹੋਇਆ ਇਸ਼ਨਾਨ ਕਰੇ ਤੇ ਨਿਤਨੇਮ ਕਰੇ। ਤੇ ਇਹ ਅੱਜ ਦੀ ਤਰੀਕ ਵਿੱਚ ਰਾਤ ਨੂੰ ਤੇ 12-1 ਵਜੇ ਤੱਕ ਅਸੀਂ ਫੇਸਬੁੱਕ ਤੇ WhatsApp ਤੇ ਬੈਠ ਸਕਦੇ ਹਾਂ, ਪਰ ਸਾਡੇ ਕੋਲੋਂ ਅੰਮ੍ਰਿਤ ਵੇਲਾ ਗਵਾਚ ਗਿਆ ਹੈ। ਗੁਰਮੁਖੋ, ਜਿਨ੍ਹਾਂ ਦੇ ਕੋਲੇ ਅੰਮ੍ਰਿਤ ਵੇਲਾ ਹੈਗਾ ਹੈ, ਉਹਨਾਂ ਨੂੰ ਇਸ ਗੱਲ ਦਾ ਅਨੁਭਵ ਹੋਏਗਾ। ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਲ ਆਪਣੀ ਸੁਰਤੀ ਨੂੰ ਜੋੜਿਆ, ਨਾਮ ਨਾਲ ਜੋੜਿਆ, ਉਹਨਾਂ ਦੀਆਂ ਝੋਲੀਆਂ ਵੀ ਭਰਦੀਆਂ ਹਨ, ਉਹਨਾਂ ਦਾ ਮਨ ਟਿਕਾਊ ਵਿੱਚ ਵੀ ਆਉਂਦਾ ਹੈ, ਉਹਨਾਂ ਦੇ ਅੰਦਰ ਗੱਲ ਬਣਦੀ ਹੈ। ਸਾਡੇ ਬਜ਼ੁਰਗਾਂ ਨੇ, ਸਾਡੇ ਪੁਰਖਿਆਂ ਨੇ ਤਾਂ ਹੀ ਤੇ ਸਾਨੂੰ ਇਹ ਜਿਹੜੀ ਮਰਿਆਦਾ ਹੈ ਨਾ ਸਾਡੀ ਝੋਲੀ ਵਿੱਚ ਪਾਈ ਹੈ। ਸਿੱਖ ਦੀ ਰਹਿਣੀ ਜਿਹੜੀ ਹੈ ਨਾ ਜੀ, ਉਹ 2 ਤਰ੍ਹਾਂ ਦੀ ਹੈ ਨਾ।
ਸ਼ਖਸੀ ਤੇ ਪੰਥਕ। ਸੋ ਅਸੀਂ ਆਪਣੀ ਸ਼ਖਸੀ ਰਹਿਣੀ ਵਿੱਚ ਪਹਿਲਾਂ ਰਹਿਣ ਦਾ ਯਤਨ ਕਰੀਏ, ਸਿੱਖ ਲਈਏ। ਤੇ ਉਹਦੀ ਪਹਿਲੀ ਗੱਲ ਜਿਹੜੀ ਹੈ, ਇੱਥੋਂ ਅਸੀਂ ਨਾਮ ਸਿਮਰਨ ਦੇ ਅਭਿਆਸ, ਨਾਮ ਨਿਤਨੇਮ ਦੀਆਂ ਬਾਣੀਆਂ ਦਾ ਜ਼ਿਕਰ ਕੀਤਾ। ਅਸੀਂ ਨਿਤਾ ਪ੍ਰਤੀ ਗੁਰੂ ਨਾਲ ਜੁੜਨ ਦੀ ਗੱਲ ਕੀਤੀ ਹੋਈ ਸਾਨੂੰ ਸਮਝਾਇਆ ਹੈ। ਸੋ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਹਮੇਸ਼ਾ ਇਸ਼ਨਾਨ ਕਰਨਾ ਇਹ ਨਹੀਂ ਕਿ ਅੱਜ ਕਰ ਲਿਆ ਤੇ ਕੱਲ ਨਹੀਂ, ਸਦਾ ਹੀ ਕਰਨਾ ਹੈ। ਕਰ ਸਦਾ ਮੱਜਨ, ਕਿੱਥੇ ਕਰਨਾ ਹੈ? ਗੋਬਿੰਦ ਸੱਜਣ। ਜਿਹੜਾ ਤੇਰਾ ਅਸਲੀ ਸੱਜਣ ਹੈ ਨਾ, ਉਹ ਗੋਬਿੰਦ ਹੈ, ਉਹ ਪਰਮਾਤਮਾ ਹੈ। ਤੇ ਪਰਮਾਤਮਾ ਨੂੰ ਸੱਜਣ ਬਣਾ ਲਾ। ਜਿਹੜੇ ਦੁਨੀਆ ਦੇ ਸੱਜਣ ਨੇ ਉਹ ਵਿਪਤਾ ਪਈ ਤੇ ਸਾਥ ਛੱਡ ਜਾਇਆ ਕਰਦੇ ਨੇ। ਕੋਲ ਧਨ ਹੋਵੇ ਨਾ, ਤੇ ਸਿਆਣੇ ਕਹਿੰਦੇ ਵਿੱਚ ਸੁੱਖਾਂ ਦੇ ਸਾਰੀ ਦੁਨੀਆ, ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ। ਜਦੋਂ ਕੋਈ ਪੁੱਠੀ ਬਾਜੀ ਪਵੇ ਫਿਰ ਪਤਾ ਲੱਗਦਾ ਹੈ। ਸੁੱਖ ਵਿੱਚ ਸਾਰੇ ਸੱਜਣ ਹੁੰਦੇ ਆ, ਜਿਹੜਾ ਦੁੱਖ ਵਿੱਚ ਸੱਜਣ ਹੋਵੇ ਅਸਲ ਸੱਜਣ ਤੇ ਉਹ ਹੁੰਦਾ ਹੈ। ਤੇ ਜਿਹੜਾ ਦੁੱਖ ਤੇ ਸੁੱਖ ਵਿੱਚ ਸੱਜਣ ਰਹਿਣ ਵਾਲਾ ਹੈ ਉਹ ਕੇਵਲ ਪਰਮਾਤਮਾ ਹੈ, ਗੋਬਿੰਦ ਹੈ। ਸਤਿਗੁਰੂ ਜੀ ਦੇ ਜਦੋਂ ਗੋਬਿੰਦ ਜੀ ਦੇ ਨਾਲ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਜਦੋਂ ਤੂੰ ਆਪਣੀ ਆਤਮਾ ਪਰਮਾਤਮਾ ਨਾਲ ਜੋੜੇਗਾ, ਉਹਨੂੰ ਸੱਜਣ ਬਣਾ ਲੇਗਾ, ਤੇ ਫਿਰ ਕੀ ਹੋਏਗਾ? ਦੁੱਖ ਅੰਧੇਰਾ ਨਾਸੇ। ਜਿਹੜਾ ਤੇਰੀ ਅੰਤਸ਼ਕਰਨ ਦੇ ਵਿੱਚ ਅੰਧੇਰਾ ਹੈ ਨਾ, ਉਹ ਅੰਧੇਰਾ ਕਿਹੜਾ ਹੈ ਜੀ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ। ਇਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇੱਕ ਸਾਨੂੰ ਸੂਤਰ ਬਖਸ਼ਿਸ਼ ਕੀਤਾ ਜੀ, ਜਿਹਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪਣੀ ਪਾਵਨ ਰਚਨਾ ਦੇ ਵਿੱਚ ਸਮਝਾ ਕੇ ਕਹਿੰਦੇ ਸੰਸਾਰ ਦੇ ਲੋਕੋ ਆਹ ਕੰਮ ਕਰੋ, ਅੰਤਰ ਗੁਰ ਆਰਾਧਨਾ। ਅੰਤਸ਼ਕਰਨ ਦੇ ਵਿੱਚ ਗੁਰੂ ਗੁਰੂ ਕਰਨਾ ਹੈ, ਗੁਰੂ ਦਾ ਨਾਮ ਜਪਣਾ ਹੈ, ਗੁਰੂ ਦਾ ਦੱਸਿਆ ਮਾਰਗ, ਗੁਰੂ ਦੀ ਬਾਣੀ ਨੂੰ ਪੜ੍ਹਨਾ ਹੈ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਤੇ ਜ਼ਬਾਨ ਨਾਲ, ਆਪਣੀ ਰਸਨਾ ਨਾਲ ਪਰਮਾਤਮਾ ਦਾ ਨਾਮ ਜਪਣਾ ਹੈ। ਨੇਤਰੀ ਸਤਿਗੁਰ ਪੇਖਣਾ, ਇਹਨਾਂ ਅੱਖਾਂ ਨਾਲ ਗੁਰੂ ਦੇ ਦਰਸ਼ਨ ਕਰਨੇ ਤੇ ਗੁਰੂ ਦੀ ਸੰਗਤ ਦੇ ਦਰਸ਼ਨ ਕਰਨੇ ਹੈ। ਸਤਿਪੁਰਸ਼ਾਂ ਦੇ ਨਾਲ ਮਿਲਣਾ ਜੁਲਣਾ ਹੈ, ਇਹਨਾਂ ਅੱਖਾਂ ਦੇ ਨਾਲ ਦਰਸ਼ਨ ਦੀਦਾਰ ਕਰਨੇ ਨੇ। ਤੇ ਫਿਰ ਕੀ ਹੈ? ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਕੰਨ ਮਿਲੇ ਨੇ ਸੁਣਨ ਵਾਸਤੇ, ਅੱਖਾਂ ਮਿਲੀਆਂ ਨੇ ਵੇਖਣ ਵਾਸਤੇ। ਤੇ ਜੇ ਇਹ ਅੱਖਾਂ ਸਾਧ ਸੰਗਤ ਦੇ ਦਰਸ਼ਨ ਨਾ ਕਰਨ ਤੇ ਫਿਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੇ ਸੰਬੰਧ 'ਚ ਵੀ ਕਹਿ ਦਿੱਤਾ। ਵੈਸੇ ਤੇ ਸਤਿਗੁਰੂ ਜੀ ਕਹਿੰਦੇ ਆ, ਇਹ ਗੱਲ ਯਾਦ ਰੱਖਿਓ, ਨੈਣ ਨਾ ਦੇਖੇ ਸਾਧ। ਜਿਹੜੀਆਂ ਅੱਖਾਂ ਸਾਧ ਸੰਗਤ ਦੇ ਦਰਸ਼ਨ ਨਹੀਂ ਨਾ ਕਰਦੀਆਂ ਜੀ, ਸੇ ਨੈਣ ਬੇਹਾਲਿਆ। ਕਹਿੰਦੇ ਉਹ ਅੱਖਾਂ ਬੇਹਾਲ ਕਰ ਦਿਓ, ਕੱਢ ਦਿਓ ਅਜਿਹੀਆਂ ਅੱਖਾਂ ਜਿਹੜੀਆਂ ਸਾਧ ਸੰਗਤ ਦੇ ਦੀਦਾਰ ਨਹੀਂ ਕਰਦੀਆਂ। ਨੈਣ ਨਾ ਦੇਖੇ ਸਾਧ, ਸੇ ਨੈਣ ਬੇਹਾਲਿਆ। ਫਿਰ ਕਹਿੰਦੇ ਕਰਨ ਨਾ ਸੁਣਹੀ ਨਾਦ, ਕਰਨ ਮੁੰਦ ਘਾਲਿਆ। ਜਿਹੜੇ ਕੰਨ ਰੱਬ ਦਾ ਹਰ ਜਸ ਨਹੀਂ ਨਾ ਸੁਣਦੇ, ਉਹ ਕੰਨ ਬੰਦ ਕਰ ਦਿਓ। ਰਸਨਾ ਜਪੇ ਨਾ ਨਾਮ, ਤਿਲ ਤਿਲ ਕਰ ਕੱਟਿਆ। ਸੋ ਇਹ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇੱਕ ਸੂਤਰ ਬਖਸ਼ਿਸ਼ ਕੀਤਾ ਕਿ ਇਹ ਚਾਰ ਗੱਲਾਂ ਨੂੰ ਕੇਂਦਰਿਤ ਕਰ ਲਿਓ ਜੀ। ਕਿਹੜਾ? ਅੰਤਸ਼ਕਰਨ ਵਿੱਚ ਗੁਰੂ ਦੀ ਯਾਦ ਵਸਾ ਲੈਣੀ, ਗੁਰੂ ਦਾ ਹੁਕਮ ਵਸਾ ਲੈਣਾ, ਗੁਰੂ ਦਾ ਉਪਦੇਸ਼ ਵਸਾ ਲੈਣਾ। ਤੇ ਫਿਰ ਆਪਣੇ ਸਤਿਗੁਰੂ ਜੀ ਨੇ ਕਿਹਾ ਹੈ ਕਿ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਣਾ ਹੈ, ਬਾਣੀ ਨੂੰ ਪੜ੍ਹਨਾ ਹੈ, ਤੇ ਨੇਤਰਾਂ ਨਾਲ ਸਾਧ ਸੰਗਤ ਦੇ ਗੁਰੂ ਦੇ ਦੀਦਾਰ ਕਰਨੇ ਨੇ, ਤੇ ਕੰਨਾਂ ਨਾਲ ਸਰਵਣ ਕਰਨਾ ਹੈ। ਇੱਕ ਸੂਤਰ ਸਾਡੀ ਝੋਲੀ ਵਿੱਚ ਪਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਸਮਝਾਉਂਦੇ ਨੇ? ਕਹਿੰਦੇ ਨੇ ਕਿ ਇਹ ਗੱਲ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ ਲਓ। ਜਦੋਂ ਤੁਸੀਂ ਕਾਮ ਕਰੋ, ਲੋਭ ਮੋਹ ਹੰਕਾਰ ਦਾ ਅੰਦਰ ਅੰਧੇਰਾ ਹੈ, ਤੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਇਹ ਸਮਝ ਗੁਰੂ ਤੋਂ ਬਿਨਾਂ ਨਹੀਂ ਜੇ ਆਉਣੀ ਇਸ ਗੱਲ ਦੀ, ਕਿਉਂਕਿ ਅੰਦਰ ਜਿਹੜਾ ਅਗਿਆਨਤਾ ਦਾ ਅੰਧੇਰਾ ਹੈ ਨਾ, ਸਤਿਗੁਰੂ ਜੀ ਦੀ ਬਾਣੀ ਤਾਂ ਕਹਿੰਦੀ ਨਾ, ਜੇ 100 ਚੰਦਾ ਉਗਵੇ ਸੂਰਜ ਚੜੇ 1000, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸਤਿਗੁਰੂ ਜੀ ਸਮਝਾਉਂਦੇ ਹਨ, ਜਨਮ ਮਰਨ ਨਾ ਹੋਏ ਜਿਸ ਕੋ, ਕਟਾ ਜਮ ਕੀ ਫਾਸੇ। ਸਤਿਗੁਰੂ ਜੀ ਬਚਨ ਕਰਦੇ ਆ ਕਿ ਤੇਰਾ ਜੰਮਣ ਤੇ ਮਰਨ ਫਿਰ ਇਹ ਖਤਮ ਹੋ ਜਾਏਗਾ। ਸਭ ਤੋਂ ਵੱਡਾ ਦੁੱਖ ਬਾਰ-ਬਾਰ ਜੰਮਣਾ ਹੈ, ਬਾਰ-ਬਾਰ ਉਸ ਜੂਨਾਂ ਦੇ ਵਿੱਚ ਭਟਕਦੇ ਫਿਰਨਾ ਹੀ ਹੈ। ਸਤਿਗੁਰੂ ਜੀ ਸਮਝਾਉਣ ਦਾ ਯਤਨ ਕਰ ਰਹੇ ਨੇ, ਪਿਆਰਿਓ ਤੇਰੀ ਜਮਾਂ ਦੀ ਫਾਹੀ ਜਿਹੜੀ ਹੈ ਉਹ ਕੱਟੀ ਜਾਵੇਗੀ। ਕਿਵੇਂ ਕੱਟੀ ਜਾਏਗੀ? ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਨਾ, ਜਬ ਰਾਮ ਨਾਮ ਮਨ ਲੱਗਾ, ਜਦੋਂ ਨਾਮ ਦੇ ਨਾਲ ਮਨ ਲੱਗ ਗਿਆ ਤੇ ਫਿਰ ਕੀ ਹੋਏਗਾ? ਜੰਮ ਲੱਜਾਏ ਕਰ ਭਾਗਾ। ਜੰਮ ਲੱਜਿਆ ਕੇ ਸ਼ਰਮਿੰਦਾ ਹੋ ਕੇ ਤੇਰੇ ਕੋਲੋਂ ਦੂਰ ਨੱਠ ਜਾਵੇਗਾ। ਮਿਲ ਸਾਧ ਸੰਗੇ ਨਾਮ ਰੰਗੇ, ਤਾਹਾ ਪੂਰਨ ਆਸੋ।
ਸਾਧ ਸੰਗਤ ਇੱਕ ਐਸਾ ਸਰੋਵਰ, ਇਹ ਕਿੱਥੇ ਮਿਲਦਾ ਹੈ, ਕਿੱਥੇ ਇਸ ਤਰ੍ਹਾਂ ਜਿਹੜੀ ਜਮਾ ਦੀ ਫਾਹੀ ਕੱਟੀ ਜਾਵੇਗੀ, ਕਿਸ ਤਰੀਕੇ ਨਾਲ ਕੱਟੀ ਜਾਵੇਗੀ। ਸੰਗਤ ਜੀ ਕਦੀ ਉੱਚੀਆਂ ਪਹਾੜੀਆਂ ਤੇ ਜਾ ਕੇ ਦੇਖੀਏ ਨਾ, ਸੁਗੰਧੀਦਾਰ ਬੂਟੀਆਂ ਦੀ ਘਾਹ ਸੰਗਤ ਕਰ ਲਵੇ, ਉਹਦੇ ਚੋਂ ਸੁਗੰਧੀ ਆਉਣ ਲੱਗ ਜਾਂਦੀ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ, ਜੇ ਕੋਈ ਪੌਦਾ ਚੰਦਨ ਦੇ ਪੌਦੇ ਦੀ ਦਰਖਤ ਸੰਗਤ ਕਰ ਲੈਣ ਤੇ ਉਹਨਾਂ ਚੋਂ ਚੰਦਨ ਦੀ ਸੁਗੰਧੀ ਆਉਣ ਲੱਗ ਜਾਂਦੀ, ਜਿੰਨੇ ਵੀ ਕਰ ਲੈਣ। कबीर चंदन का बिरवा भला बेड़ियो टाक पलास, ओए भी चंदन होए रहे बसे जो चंदन पास। ते एक होर बड़ा प्यारा वचन है सतगुरु जी दा, बाणी विच कहंदे ने कि कबीर मन पंखी पयो। जिहड़ा साडा मन है ना, ये की है जी, पंछी वर्गा है। मन पंखी पयो ओडे उड दह दिस जाए, ये दसां दिशावां विच उडारियां मारदा है। जो जैसी संगत मिले सो तैसो ही फल खाहे। चंगी संगत मिल जावे ते चंगा बन जांदा है, माड़ी मिल जावे ते इहदा जीवन सातल वल चलिया जांदा है। चणकिया ने बड़ा सोहना लिखिया जी। चणकिया कहंदा है, संसार दे लोगो तुसी जे किते शेर दे घुरने च जाओगे, वो तिखियां नौंदरां नाल तुहानूं पाड़ देवेगा, पर उहदे पाड़े होए दी किन्नी पीड़ा सहन करनी पैगी महसूस करना। पर उस नालों भयानक पीड़ा है कहंदे भैड़ी संगत दी। दूसरी उदाहरण दिंदा है, कहंदा जे किते हथ च बिछुआ फड़ो डंग मारेगा, बिछुए दा डंगिया होया मनुख कितना तड़फदा है, पर कहंदा ओदे नालों किते वधीक तड़फदा है भैड़ी संगत करन वाला। कहंदा जे किते ਕੰਨ ਵਿੱਚ ਕੰਨ ਖਜੂਰਾ ਪੈ ਜਾਵੇ ਨਾ, ਤੇ ਕਹਿੰਦੇ ਸਾਰੀ ਰਾਤ ਮਨੁੱਖ ਚੈਨ ਦੀ ਨੀਂਦ ਨਹੀਂ ਸੋ ਸਕਦਾ, ਪਰ ਜਿਹੜਾ ਮਨੁੱਖ ਕਹਿੰਦਾ ਭੈੜੀ ਸੰਗਤ ਕਰਦਾ, ਸਾਰੀ ਜ਼ਿੰਦਗੀ ਚੈਨ ਦੀ ਨੀਂਦ ਨਹੀਂ ਸੋ ਸਕਦਾ, ਬੇਚੈਨ ਰਹਿੰਦਾ ਹੈ। ਕਹਿੰਦੇ ਜੇ ਕਿਤੇ ਆਪਣੀ ਉਂਗਲੀ ਸੱਪ ਦੇ ਮੂੰਹ ਵਿੱਚ ਪਾ ਦਈਏ, ਡੰਗ ਮਾਰੇਗਾ, ਸੱਪ ਦਾ ਜ਼ਹਿਰ ਨਾਲੋਂ ਕਿਤੇ ਭਿਆਨਕ ਜ਼ਹਿਰ ਹੈ ਭੈੜੀ ਸੰਗਤ ਦਾ। ਹੋਰ ਉਦਾਹਰਨ ਦਿੰਦਾ ਹੈ, ਕਹਿੰਦਾ ਜੇ ਕਿਤੇ ਅੱਗ 'ਚ ਸੜ ਜਾਈਏ ਨਾ ਜੀ, ਤੇ ਅੱਗ ਦੇ ਸੜੇ ਹੋਏ ਨੂੰ ਦੇ ਸਰੀਰ ਤੇ ਜਿਸਮ ਦੇ ਉੱਤੇ ਸਾੜ ਪੈਂਦਾ ਹੈ, ਪਰ ਜਿਹੜਾ ਮਨੁੱਖ, ਇਹ ਗੱਲ ਠੀਕ ਹੈ, ਅੱਗ ਦਾ ਸਾੜਿਆ ਹੈ ਉਹਦੇ ਜਿਸਮ ਤੇ ਸਾੜ ਪੈਂਦਾ ਹੈ, ਭੈੜੀ ਸੰਗਤ ਕਰਨ ਵਾਲੇ ਦੇ ਮਨ ਵਿੱਚ ਅੰਤਸ਼ਕਰਨ ਦੇ ਵਿੱਚ ਸਾੜ ਪੈਂਦਾ ਹੈ। ਕਹਿੰਦਾ ਜੇ ਕਿਤੇ ਪਹਾੜ ਤੋਂ ਡਿੱਗ ਜਾਓ, ਤੁਹਾਡੀਆਂ ਹੱਡੀਆਂ ਚਕਨਾਚੂਰ ਹੋ ਜਾਣਗੀਆਂ, ਪਰ ਜੇ ਭੈੜੀ ਸੰਗਤ ਕਰੋਗੇ ਤੁਹਾਡੀ ਆਤਮਾ ਚਕਨਾਚੂਰ ਹੋ ਜਾਏਗੀ। बड़े प्यारे बोल ने, कहंदा सिंगन के बन में बसिए कसिए कर में बिश्वा गह लीजे, कान खजूरा प्रवेश कराए के सांप के मुख में उंगली दीजे, गिरते गिरिए अगते जरिए, एते तक कष्ट अनंत सहो पर मूर्ख मीत को संग न कीजे। कहते मूर्ख नूं अपना मित्र ना बनायो, इहदे तो दूरी बना के रखियो। खास करके धन गुरु अर्जन साहब महाराज जी कहते मेरे साध संगे, साध संगत विच मिलो। साध संगत केड़ी? सत संगत कैसी जानी है? जिथे इको नाम विखाड़िए, जिथे केवल आत्मा ते परमात्मा दे मिलाप दी गल होवे, उत्थे जाके जुड़न दा यतन करो। फिर की है? सतगुरु के नाम रंगे, नाम दा रंग ताड़ी आत्मा दे उत्ते चढ़ जाएगा। लाल रंग तिसको लगा जिसका वड भागा हो जाएगा। ते फिर की है? सतगुरु जी कहते तह पूर्ण आसो, ताड़ियां आसा जड़ियां वो पूरियां हो जाणगियां। बिनवंत नानक धार कृपा, हर चरण कमल निवासो। पंचम पातशाह धन गुरु अर्जन साहब महाराज जी बचन करते हैं, बेनती नानक बेनती करता है कि कहते धार कृपा है वाहिगुरु जी, अकाल पुरख वाहिगुरु कृपा करो, साडे ते कृपा धारो। की है? हर चरण कमल निवासो, सानू तुहाडे चरना कमलों का प्यार मिल जाए। याद रखियो, दुनिया दियां बड़ियां बड़ियां ताकतां पिछे मनुख कोई पदार्थां पिछे दौड़े फिरदे हो, यह गल याद रखो। धन गुरु अर्जन साहब महाराज जी दी आपां पढ़दे नहीं, राज ना चाहो मुक्त ना चाहो, किसे राज गद्दियां दी लोड़ नहीं जी, किसे मुक्ति दी भी लोड़ नहीं। की चाहो? मन प्रीत चरण कमलारे, सानू तुहाडे चरना कमला दा प्यार बन जावे, साडा निवास तुहाडे चरण कमला विच होवे। तह आनंद विनोद सदा, अनहद चुणकारो राम। ते फिर की होएगा? अंतशकरण दे विच उन्हां दे हिरदे दे अंदर आनंद दे वाजे वजने शुरू हो जाते हैं। उन्हां दे अंतशकरण दे विच खेड़ा आ जाता है, मन दे अंदर खड़ाऊ पैदा हो जाता है, मन दे अंदर खुशी आ जाती है। ते फिर की है? वो जिहड़े वाजे ने उन्हां दी मिठी मिठी धुन जिहड़ी है, ठंडी ठंडी आवाज अंतशकरण दे विच वो वजनी शुरू हो जाती। बाहर दे आवाज़ियां नाल जदों असीं नाम जप जप के आत्मा दे अंदर दे वाजे जिहड़े बंद पै सी वो वजने शुरू हो गए, उन्हां दी आवाज आउणी स्टार्ट हो जाती है। मिल गावहे संत जना,
ਪ੍ਰਭ ਕਾ ਜੈਕਾਰੂ ਰਾਮ। ਸਤਿਪੁਰਸ਼ਾਂ ਦੇ ਨਾਲ ਮਿਲ ਕਰਕੇ ਜਿਹੜੀਆਂ ਰੱਬ ਰੰਗੀਆਂ ਆਤਮਾਵਾਂ ਨੇ, ਜਿਹੜੇ ਸੰਤ ਮਹਾਂਪੁਰਸ਼ ਨੇ, ਇੱਕ ਗੱਲ ਯਾਦ ਰੱਖਿਓ ਕਿ ਉਹ ਕਿਹੜੇ ਨੇ? ਜੀਓ ਨਿਰਮਲ, ਬਾਹਰੋਂ ਨਿਰਮਲ। ਉਹਨਾਂ ਦੀ ਗੱਲ ਜੇ ਇਹ ਨਹੀਂ ਕਿ ਕੋਈ ਬਾਹਰੋਂ ਕੋਈ ਚੋਲਾ ਦਿਖਾਵਾ ਨਹੀਂ, ਦਿਖਾਵੇ ਵਾਲੀ ਗੱਲ ਨਹੀਂ। ਉੱਥੇ ਗੱਲ ਹੈ ਜੀਓ ਨਿਰਮਲ, ਬਾਹਰੋਂ ਨਿਰਮਲ। ਉਹ ਨੇ ਸਤਿਪੁਰਸ਼। ਉਹਨਾਂ ਦੀ ਸੰਗਤ ਵਿੱਚ ਜੇ ਜਾਓਗੇ ਤੇ ਫਿਰ ਕੀ ਹੈ? ਉਸ ਪ੍ਰਭੂ ਪਰਮਾਤਮਾ ਦਾ ਜੈਕਾਰ ਕਰੋਗੇ। ਮਿਲ ਸੰਤ ਗਾਵੈ ਖਸਮ ਭਾਵੈ, ਹਰ ਪ੍ਰੇਮ ਰਸ ਰੰਗ ਭਿੰਨੀਆਂ। ਜਿਨ੍ਹਾਂ ਨੇ ਸਤਿਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ ਉਹਨੂੰ ਗਾਇਆ ਤੇ ਉਹ ਪਰਮਾਤਮਾ ਨੂੰ ਭਾ ਗਏ ਤੇ ਉਹਨਾਂ ਦੇ ਹਿਰਦੇ ਦੇ ਅੰਦਰ ਪ੍ਰੇਮ ਦਾ ਰੰਗ ਜਿਹੜਾ ਸੀ ਉਹ ਚੜ ਗਿਆ। ਹਰ ਲਾਭ ਪਾਇਆ ਆਪ ਮਿਟਾਇਆ, ਮਿਲੇ ਚਿਰੀ ਵਿਸ਼ੁੰਨਿਆ। ਉਹ ਜਿਹੜਾ ਰਸ ਅੰਦਰ ਪ੍ਰਾਪਤ ਹੋਇਆ ਨਾ ਜੀ, ਕਹਿੰਦੇ ਸਤਿਗੁਰੂ ਜੀ ਕਹਿੰਦੇ ਕਿ ਲਾਭ ਪ੍ਰਾਪਤ ਹੋਇਆ। ਖੱਟੀ ਖੱਟੀ ਆਪਾਂ ਕਹਿੰਦੇ ਲਾਭ ਹੋਣਾ ਚਾਹੀਦਾ ਹੈ। ਲਾਭ ਪਾਇਆ, ਕਾਹਦਾ ਲਾਭ ਪਾਇਆ? ਹਰ ਸਤਿਗੁਰੂ ਜੀ ਕਹਿੰਦੇ ਆਪ ਮਿਟਾਇਆ। ਜਿਹੜਾ ਅੰਦਰ ਹਉਮੈ ਸੀ, ਈਗੋ ਸੀ, ਹੰਕਾਰ ਸੀ, ਉਹ ਸਾਰਾ ਕੁਝ ਖਤਮ ਕਰ ਦਿੱਤਾ ਵੀ ਮੈਂ ਤੇ ਕੁਛ ਵੀ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਇਹ ਪਤਾ ਲੱਗ ਗਿਆ ਕਿ ਨਾ ਮੇਰਾ ਮਨ ਹੈ, ਨਾ ਮੇਰਾ ਤਨ ਹੈ, ਤੇ ਸਾਰਾ ਕੁਝ ਦੇਣ ਵਾਲਾ ਕਰਤਾ ਕੋਈ ਹੋਰ ਹੈ। ਕਿਉਂਕਿ ਉਹਦੇ ਨਾਲ ਜੁੜਨ ਨਾਲ ਇਹ ਅੰਦਰ ਸਤਿਪੁਰਸ਼ਾਂ ਦੀ ਸੰਗਤ ਵਿੱਚੋਂ ਇਹ ਚੀਜ਼ ਨਸੀਬ ਹੋਈ। ਇਹ ਲਾਹਾ ਖੱਟਿਆ ਕਿ ਅੰਦਰੋਂ ਹਉਮੈ, ਅੰਦਰੋਂ ਮੈਂ ਮੇਰੀ ਜਿਹੜੀ ਸੀ ਉਹ ਸਤਿਗੁਰੂ ਜੀ ਕਹਿੰਦੇ ਮਿਟ ਗਈ। ਤੇ ਜਿਹੜੇ ਬੜੇ ਚਿਰਾਂ ਦੇ ਵਿਛੜੇ ਸੀ ਉਹਨਾਂ ਦਾ ਮਿਲਾਪ ਹੋਇਆ। ਕਿਉਂ? ਸਤਿਗੁਰੂ ਜੀ ਦੀ ਆਪਾਂ ਬਾਣੀ ਪੜ੍ਹਦੇ ਨਾ, ਜਦੋਂ ਭਾਈ ਸਾਹਿਬ ਜੀ ਹੁਕਮਨਾਮਾ ਕਈ ਵਾਰ ਲੈਂਦੇ, ਕਹਿੰਦੇ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨ ਆਏ ਜੀ। ਉਹ ਦੂਰੋਂ ਕਿੱਥੋਂ ਜੋ ਚੱਲ ਕੇ? ਕੋਈ ਕਹਿੰਦਾ ਜੀ ਮੇਰਾ ਤੇ ਘਰ ਗੁਰਦੁਆਰੇ ਨਾ ਕੰਧ ਸਰ ਜੀ, ਮੈਂ ਥੋੜੀ ਦੂਰੋਂ ਆਇਆ। ਤੇ ਭਾਈ ਦੇ ਨਿਆਣੇ ਕਰਨਗੇ ਅਸੀਂ ਤੇ ਰਹਿੰਦੇ ਹੀ ਗੁਰਦੁਆਰੇ, ਅਸੀਂ ਥੋੜੀ ਦੂਰੋਂ ਆਏ ਆ। ਦੂਰੋਂ ਕਿੱਥੋਂ ਜੋ ਚੱਲ ਕੇ ਆਏ ਆ? ਸਤਿਗੁਰੂ ਜੀ ਦੀ ਬਾਣੀ ਦੱਸਦੀ ਹੈ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰਕਾਲ ਇਹ ਦੇਸ਼ ਸੰਜਰੀਆ। ਇਹ ਹੈ ਵਿੰਗੀਆਂ ਟੇਢੀਆਂ 84 ਲੱਖ ਜੂਨਾਂ ਵਿੱਚ ਦੀ ਲੰਘਦਾ ਮਨੁੱਖਾ ਦੇਹੀ ਤੱਕ ਪਹੁੰਚੇ। ਇਹੋ ਇੱਕੋ ਇੱਕ ਸਮਾਂ ਹੈ, ਤੇਰੇ ਕੋ ਗੋਲਡ ਪੀਰੀਅਡ ਹੈ। ਆਤਮਾ ਨੇ ਪਰਮਾਤਮਾ ਵਿੱਚ ਲੀਨ ਹੋਣਾ ਹੈ। ਸਤਿਗੁਰੂ ਜੀ ਕਹਿੰਦੇ ਸਤਿਪੁਰਸ਼ਾਂ ਦੀ ਸੰਗਤ ਨਾਲ ਫਿਰ ਕੀ ਹੋਇਆ? ਲਾਭ ਕੀ? ਅੰਦਰੋਂ ਆਪਾਂ ਭਾਵ ਮਿਟ ਗਿਆ ਤੇ ਉਸ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ। ਗਹਿ ਭੁਜਾ ਲੀਨੇ ਦਇਆ ਕੀਨੇ, ਪ੍ਰਭ ਏਕ ਆਗਮ ਅਪਾਰੋ। ਉਸ ਅਕਾਲ ਪੁਰਖ ਵਾਹਿਗੁਰੂ ਨੇ ਦਇਆ ਕੀਤੀ। ਕਿਸ ਨੇ? ਜਿਹੜਾ ਇੱਕ ਓੰਕਾਰ ਹੈ, ਜਿਹੜਾ ਨਿਰਭਉ ਤੇ ਨਿਰਵੈਰ ਹੈ, ਜਿਹੜਾ ਜੰਮਦਾ ਤੇ ਮਰਦਾ ਨਹੀਂ ਹੈ। ਉਹਨੇ ਕਿਰਪਾ ਕੀਤੀ, ਉਹਦੇ ਦਇਆ ਕੀਤੀ। ਉਹਦੀ ਦਇਆ ਤੋਂ ਬਿਨਾਂ ਗੱਲ ਨਹੀਂ, ਉਹਦੀ ਕਿਰਪਾ ਤੋਂ ਗੱਲ ਨਹੀਂ, ਆਪਣੀ ਕੋਸ਼ਿਸ਼ ਨਾਲ ਨਹੀਂ, ਉਹਦੀ ਕਿਰਪਾ ਨਾਲ, ਉਹਦੀ ਦਇਆ ਨਾਲ। ਉਹਨੇ ਦਇਆ ਕੀ ਕੀਤੀ? ਬਾਹੋਂ ਫੜ ਕੇ ਆਪਣੇ ਨਾਲ ਜੋੜ ਲਿਆ। ਬਾਹ ਫੜ ਲਈ, ਬਾਹ ਫੜ ਕੇ ਆਪਣੇ ਨਾਲ ਜੋੜ ਲਿਆ। ਬਿਨਵੰਤ ਨਾਨਕ ਸਦਾ ਨਿਰਮਲ, ਸੱਚ ਸ਼ਬਦ ਰੁਣ ਝੁਣਕਾਰੂ। ਸਤਿਗੁਰੂ ਜੀ ਕਹਿੰਦੇ ਐ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨਾਨਕ ਬੇਨਤੀ ਕਰਦਾ ਹੈ। ਕੀ ਬੇਨਤੀ ਕਰਦਾ ਹੈ? ਸਦਾ ਨਿਰਮਲ। ਅੰਤਸ਼ਕਰਨ ਵਿੱਚੋਂ ਉਹ ਹਮੇਸ਼ਾ ਨਿਰਮਲ ਹੋ ਜਾਂਦੇ ਹਨ। ਤੇ ਸਤਿਗੁਰੂ ਸੱਚੇ ਬਾਈ ਅੰਦਰ ਗੁਰੂ ਦੇ ਸ਼ਬਦ ਦਾ ਮਿੱਠੀ ਮਿੱਠੀ ਜਿਹੜੀ ਰੌਂ ਹੈ ਉਹ ਚੱਲ ਪੈਂਦੀ ਹੈ। ਸੁਣ ਵਡ ਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ। ਵੱਡਿਆਂ ਭਾਗਾਂ ਵਾਲਿਆ ਇਹ ਸੋਨਾ ਕਰ, ਉਸ ਅਕਾਲ ਪੁਰਖ ਵਾਹਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਸਰਵਣ ਕਰਨਾ ਕਰ। ਜਿਨ ਕੋ ਕਰਮ ਲਿਖੀ ਤਿਸ ਹਿਰਦਾ ਸਮਾਣੀ ਰਾਮ। ਇਹ ਗੱਲ ਯਾਦ ਰੱਖੀ, ਜਿਨ੍ਹਾਂ ਦੇ ਕਰਮਾਂ ਵਿੱਚ ਲਿਖੀ ਹੈ ਨਾ, ਜਿਨ੍ਹਾਂ ਨੂੰ ਇਹ ਵਾਹਿਗੁਰੂ ਵੱਲੋਂ ਬਖਸ਼ਿਸ਼ ਹੋਈ ਹੈ, ਲਿਖੀ ਪ੍ਰਾਪਤ ਹੋਈ ਹੈ, ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਮਝਾਉਂਦੇ ਆ, ਉਹਨਾਂ ਦੇ ਹਿਰਦੇ ਵਿੱਚ ਆ ਕੇ ਇਹ ਵਸਦੀ ਟਿਕਦੀ ਹੈ। ਅਕਥ ਕਹਾਣੀ ਤਿਨੀ ਜਾਣੀ, ਜਿਸ ਆਪ ਪ੍ਰਭ ਕਿਰਪਾ ਕਰੇ। ਸੋ ਇਹ ਨਾ ਕਥੀ ਜਾਣ ਵਾਲੀ, ਨਾ ਬਿਆਨ ਉਹਨਾਂ ਪੁਰਸ਼ਾਂ ਦੀ ਜਿਹੜੇ ਉਹਦੇ ਨਾਲ ਜੁੜ ਗਏ, ਜਿਨ੍ਹਾਂ ਦੇ ਅੰਦਰ ਵਾਜੇ ਵੱਜ ਪਏ, ਉਹਨਾਂ ਦੇ ਬਾਰੇ ਫਿਰ ਉਹਨਾਂ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਸਮਝਾਉਂਦੇ ਕੀ ਹੈ? ਜਿਸ ਆਪ ਪ੍ਰਭ ਕਿਰਪਾ ਕਰੇ, ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਆਪ ਮਿਹਰਬਾਨ ਹੋ ਜਾਵੇ, ਆਪ ਕਿਰਪਾ ਕਰ ਦੇਵੇ, ਫਿਰ ਉਹਨਾਂ ਬਾਰੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਅਮਰ ਥੀਆ ਫਿਰ ਨਾ ਮੂਆ,
ਕਲ ਕਲੇਸਾ ਦੁਖ ਹਰੀ। ਸਤਿਗੁਰੂ ਜੀ ਕਹਿੰਦੇ ਆ ਕਿ ਉਹ ਮ੍ਰਿਤੂ ਤੋਂ ਰਹਿਤ ਹੋ ਗਿਆ, ਅਮਰ ਥੀਆ ਫਿਰ ਨਾ ਮੁਆ, ਫਿਰ ਉਹਦਾ ਜੰਮਣ ਮਰਨਾ ਮੁੱਕ ਗਿਆ ਤੇ ਫਿਰ ਉਹ ਕਾਲ ਦੇ ਵਸ ਨਹੀਂ ਪਿਆ। ਉਹਦੇ ਜਿਹੜੇ ਦੁੱਖ ਤੇ ਕਲੇਸ਼ ਸੀਗੇ ਉਹ ਸਾਰੇ ਨਸ ਗਏ, ਸਾਰੇ ਹਰ ਗਏ। ਹਰ ਸਰਣ ਪਾਈ ਤਜ ਨਾ ਜਾਈ, ਪ੍ਰਭ ਪ੍ਰੀਤ ਮਨ ਤਨ ਭਾਣੀ। ਪਰਮਾਤਮਾ ਦੀ ਸ਼ਰਨ ਪ੍ਰਾਪਤ ਹੋਈ ਤੇ ਫਿਰ ਉਹਨਾਂ ਨੂੰ ਕਦੀ ਉਹਨਾਂ ਤੋਂ ਗਵਾਚੀ ਨਹੀਂ। ਜਿਨ੍ਹਾਂ ਨੂੰ ਇੱਕ ਵਾਰ ਰੱਬ ਦੀ ਸ਼ਰਨ ਪ੍ਰਾਪਤ ਹੋ ਜਾਵੇ, ਆਤਮਾ ਪਰਮਾਤਮਾ ਨਾਲ ਲੀਨ ਹੋ ਜਾਵੇ, ਫਿਰ ਉਹ ਕਦੀ ਅੰਦਰੋਂ ਗਵਾਚਦੀ ਨਹੀਂ ਹੈ। ਸਤਿਗੁਰੂ ਜੀ ਕੀ ਕਹਿੰਦੇ ਨੇ? ਕਹਿੰਦੇ ਪ੍ਰਭ ਪ੍ਰੀਤ ਮਨ ਤਨ ਭਾਣੀ। ਤੇ ਮਨ ਦੇ ਅੰਦਰ ਉਹਦੀ ਪ੍ਰੀਤ ਪ੍ਰੇਮ ਤੇ ਤਨ ਦੇ ਅੰਦਰ ਉਹ ਪ੍ਰੇਮ ਬਣ ਜਾਂਦਾ ਹੈ। ਬਿਨਵੰਤ ਨਾਨਕ ਸਦਾ ਗਾਈਐ, ਪਵਿੱਤਰ ਅੰਮ੍ਰਿਤ ਬਾਣੀ। ਨਾਨਕ ਬੇਨਤੀ ਕਰਦਾ ਸਦਾ ਗਾਈਏ, ਹਮੇਸ਼ਾ ਹਮੇਸ਼ਾ ਗਾਈਏ। ਕੀ ਗਾਈਏ ਜੀ? ਪਵਿੱਤਰ ਜਿਹੜੀ ਮੈਲ ਰਹਿਤ ਹੈ ਅੰਮ੍ਰਿਤ ਬਾਣੀ, ਜਿਹੜੀ ਧੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ, ਇਹਨੂੰ ਹਮੇਸ਼ਾ ਗਾਉਣਾ ਕਰੀਏ। ਮਨ ਤਨ ਗਲਤ ਭਏ, ਕਿਛ ਕਹਿਣ ਨਾ ਜਾਈ ਰਾਮ। ਮਨ ਤੇ ਤਨ ਦੋਵੇਂ ਉਹਦੇ ਵਿੱਚ ਲੀਨ ਹੋ ਗਏ, ਉਹਦੇ ਵਿੱਚ ਉਹਦਾ ਰੂਪ ਹੋ ਗਏ, ਗਲਤਾਨ ਹੋ ਗਏ ਉਹਦੇ ਵਿੱਚ। ਭੈ ਕਿਛ ਕਹਿਣ ਨਾ ਜਾਈ ਰਾਮ, ਤੇ ਉਹਨਾਂ ਬਾਰੇ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ ਜਿਹਨੇ ਉਹਦੇ ਵਿੱਚ ਲੀਨ ਹੋ ਜਾਂਦੇ ਹਨ। ਜਿਸ ਤੇ ਉਪਜਿਹੜਾ ਤਿਨ ਲਿਆ ਸਮਾਈ ਰਾਮ। ਜਿਨ੍ਹਾਂ ਦੇ ਜਿੱਥੋਂ ਅਸੀਂ ਪੈਦਾ ਹੋਏ, ਸਾਡੀ ਆਤਮਾ ਪਰਮਾਤਮਾ ਦੀ ਅੰਸ਼ਾ ਜੀ, ਤੇ ਅਸੀਂ ਆਤਮਾ ਜਿਹੜੀ ਹੈ ਪਰਮਾਤਮਾ ਵਿੱਚੋਂ ਹੀ ਵੱਖ ਹੋਈ ਨਾ, ਪਰਮਾਤਮਾ ਦਾ ਹੀ ਇੱਕ ਹਿੱਸਾ ਹੋਈ ਨਾ, ਤੇ ਇਹ ਆਤਮਾ ਫਿਰ ਨਾਮ ਜਪ ਕੇ ਪਰਮਾਤਮਾ ਵਿੱਚ ਲੀਨ ਹੋ ਗਈ। ਜਿਵੇਂ ਪਾਣੀ ਦੀ ਬੂੰਦ ਦਾ ਓਨੀ ਦੇਰ ਤੱਕ ਸਫ਼ਰ ਚੱਲਦਾ ਹੈ ਜਿੰਨੀ ਦੇਰ ਤੱਕ ਉਹ ਆਪਣੇ ਅਸਲੇ ਨਾਲ ਸਮੁੰਦਰ ਨਾਲ ਮਿਲ ਨਾ ਜਾਵੇ, ਸਾਡੀ ਆਤਮਾ ਦਾ ਓਨੀ ਦੇਰ ਤੱਕ ਸਫ਼ਰ ਚੱਲ ਜਾਂਦਾ ਹੈ ਜਿੰਨੀ ਦੇਰ ਤੱਕ ਪਰਮਾਤਮਾ ਵਿੱਚ ਲੀਨ ਨਾ ਹੋ ਜਾਵੇ। ਸਤਿਗੁਰੂ ਜੀ ਕੀ ਕਹਿੰਦੇ ਆ? ਕਹਿੰਦੇ ਕਿ ਇਹ ਆਤਮਾ ਪਰਮਾਤਮਾ ਵਿੱਚ ਫਿਰ ਲੀਨ ਹੋ ਗਈ। ਮਿਲ ਬ੍ਰਹਮ ਜੋਤੀ ਓਤ ਪੋਤੀ, ਉਦਕ ਉਦਕ ਸਮਾਇਆ। ਕੀ ਹੋਇਆ ਕਿ ਜਿਹੜੀ ਬ੍ਰਹਮ ਦੀ ਜੋਤ ਸੀ, ਪਰਮਾਤਮਾ ਦੀ ਜਿਹੜੀ ਜੋਤ ਸੀ, ਉਹਦੇ ਵਿੱਚ ਹੀ ਪਰਮਾਤਮਾ ਦੀ ਜੋਤ ਦੇ ਨਾਲ ਲਿਪਟ ਗਈ, ਇੱਕਮਿਕ ਹੋ ਗਈ। ਤੇ ਜਿਵੇਂ ਪਾਣੀ ਦੇ ਵਿੱਚ ਪਾਣੀ ਕਿਵੇਂ ਹੋ ਗਈ? ਜਿਵੇਂ ਪਾਣੀ ਵਿੱਚ ਪਾਣੀ ਸਮਾ ਜਾਂਦਾ ਹੈ। ਜਲ ਥਲ ਮਹੀਲ ਏਕ ਰਵਿਆ, ਨਹਿ ਦੂਜਾ ਦ੍ਰਿਸ਼ਟਾਇਆ। ਧਰਤੀ ਉੱਤੇ ਪਾਣੀ ਵਿੱਚ ਵੀ, ਧਰਤੀ ਦੇ ਵਿੱਚ ਵੀ, ਤੇ ਜ਼ਮੀਨ ਵਿੱਚ ਵੀ, ਧਰਤੀ ਦੇ ਉੱਤੇ ਵੀ, ਹਰ ਥਾਂ ਤੇ ਉਹ ਪਰਮਾਤਮਾ ਜਿਹੜਾ ਹੈ ਉਹ ਰਵਿਆ ਹੋਇਆ ਹੈ। ਬਾਨ ਤ੍ਰਿਣ ਤ੍ਰਿਭਵਨ ਪੂਰਨ, ਕੀਮਤ ਕਹਿਣ ਨਾ ਜਾਈ। ਉਹ ਜੰਗਲਾਂ ਵਿੱਚ, ਘਾਹ ਫੂਸ ਵਿੱਚ, ਹਰ ਥਾਂ ਤੇ ਉਹ ਪਰਮਾਤਮਾ ਪੂਰਿਆ ਹੋਇਆ, ਪਰਿਪੂਰਨ ਪਰਮਾਤਮਾ ਰਮਿਆ ਹੈ, ਜਿਸ ਦੀ ਕੀਮਤ ਜਿਹੜੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਬਿਨਵੰਤ ਨਾਨਕ ਆਪ ਜਾਣੈ, ਜਿਨ ਇਹ ਬਣਤ ਬਣਾਈ। ਨਾਨਕ ਬੇਨਤੀ ਕਰਦਾ ਹੈ, ਕਿਉਂਕਿ ਮੈਂ ਥੋੜਾ ਜਿਹਾ ਅਰਥਾਂ ਦੀ ਕਾਹਲੀ ਤਾਂ ਕੀਤੀ ਸੰਗਤ ਜੀ, ਦਿਲ ਤੇ ਕਰਦਾ ਸੀ ਕੱਲੀ ਕੱਲੀ ਪੰਕਤੀ ਤੇ ਟਾਈਮ ਲਾਈਏ, ਲੇਕਿਨ ਅੱਜ ਸ਼ਹੀਦੀ ਪਰੰਪਰਾ ਦੇ ਮੀਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ ਜੋ ਪ੍ਰਕਾਸ਼ ਪੁਰਬ ਹੈ, ਉਸ ਦੇ ਸੰਬੰਧ ਵਿੱਚ ਉਹਨਾਂ ਦਾ ਹੀ ਇਹ ਪਾਵਨ ਪਵਿੱਤਰ ਹੁਕਮਨਾਮਾ ਆਇਆ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜੋ ਪ੍ਰਕਾਸ਼ ਹੋਇਆ, ਗੋਇੰਦਵਾਲ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ, ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਵੈਸਾਖਵਦੀ 7 ਨੂੰ ਜੋ 1563 ਵਿੱਚ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬਚਪਨ ਵਿੱਚ, ਬਾਲ ਅਵਸਥਾ ਵਿੱਚ ਹੀ, ਜਿਨ੍ਹਾਂ ਨੂੰ ਭੱਟ ਸਾਹਿਬਾਨ ਦਾ ਆਪਾਂ ਹੁਣੇ ਪੜ੍ਹਿਆ ਹੈ, ਸਰਵਣ ਕੀਤਾ ਹੈ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਜਨਮ ਤੋਂ ਹੀ ਪਰਮਾਤਮਾ ਦੀ ਬ੍ਰਹਮ ਦੀ ਪਹਿਚਾਣ ਕਰ ਲਈ। ਧੰਨ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਜੀ, ਨਾਨਾ ਗੁਰੂ ਜੀ ਦੀ ਉਹਨਾਂ ਨੂੰ ਗੋਦੀ ਨਸੀਬ ਹੋਈ 11 ਸਾਲ। ਤੇ ਧੰਨ ਗੁਰੂ ਅਮਰਦਾਸ ਮਹਾਰਾਜਾਂ ਜੀਆਂ ਦੇ ਬਚਨ ਆਪਾਂ ਨੂੰ ਅਕਸਰ ਇਤਿਹਾਸ ਵਿੱਚ ਪੜ੍ਹਨ ਨੂੰ ਮਿਲ ਜਾਂਦੇ ਹੈ, ਜਿਹਦੇ ਵਿੱਚ ਇਹ ਵੀ ਭਾਰੀ ਪੁਰਖ ਵੀ ਕਿਹਾ ਹੈ, ਇਹ ਵੀ ਕਿਹਾ ਹੈ ਕਿ ਭਾਈ ਧੰਨ
दोहे था बाणी का बोहे था, बाणी का बोहे था भी क्या। धन गुरु अर्जन साहब महाराज जी की जिहड़ी पावन पवित्र बाणी है, साहब श्री गुरु ग्रंथ साहब महाराज जी विच सब तो ज्यादा बाणी धन गुरु अर्जन साहब महाराज जी की है, जिहदे विच इन धन गुरु अर्जन साहब महाराज जी ने साडे जीवन के संबंध विच हर विषय के उत्ते सानू बड़ी चंगी तरह खोल के चानना पाया है। ते एक गल होर संगत जी, धन गुरु अर्जन साहब महाराज जी दे दो स्थान श्री अमृतसर साहब विच है, जिथे सतगुरु धन गुरु अर्जन साहब महाराज जी ने बाणी का उचारण किया, जिथे बाणी का उचारण किया। दोनों ही स्थानों का नाम गुरुद्वारा मंजी साहब है, दोनों ही स्थानों का नाम गुरुद्वारा मंजी साहब है। गुरुद्वारा मंजी साहब दीवान हाल, इत्थे धन गुरु अर्जन साहब महाराज जी ने 12 माह की बाणी उचारण की। ते जिहड़ा गुरुद्वारा मंजी साहब श्री राम साहब दे सरोवर के किनारे ते है, छोटा गुरुद्वारा, गुरुद्वारा शहीदां साहब दे बिल्कुल नजदीक, बाबा गरजा सिंह ते बोता सिंह जी दे बिल्कुल नजदीक, उथे सतगुरु धन गुरु अर्जन साहब महाराज जी ने श्री सुखमणी साहब जी की पावन पवित्र गुरबाणी उचारण की। सो सतगुरु धन गुरु अर्जन साहब महाराज जी दे जिन्हां दे संबंध विच आपां नूं इह बचपन विच तां मिलदा है, लेकिन धन गुरु अर्जन साहब महाराज जी ने एक होर अपने मापियां दे जे कोई आग्याकारी पुत्र देखना होवे ते ओह धन गुरु अर्जन साहब महाराज जी। जदों धन गुरु रामदास महाराज जी दे ताए दे पुत्र ना जी सिहारी मल दा विआह सी, धन गुरु अर्जन साहब महाराज जी ने बाबा अपने धन गुरु अर्जन साहब महाराज जी दे वड्डे भराता साहबजादा बाबा पृथ्वी चंद जी तिन्हां नूं कहा ते उन्हां ने भी इनकार कर दित्ती। फिर महादेव जी श्री महादेव जी नूं कहा, उन्हां ने भी इनकार कर दित्ती। ते जदों धन गुरु अर्जन साहब महाराज जी नूं कहा, धन गुरु रामदास महाराज जी ने विआह ते जाण वास्ते कहा, उस वक्त धन गुरु अर्जन साहब महाराज जी कह लगे, पिता गुरु जीओ ये ते खुशी का मौका है, इत्थे आनंद मंगल का मौका है, विआह का मौका है, इत्थे आप जी भेज रहे हो, इत्थे तां की जे आप जी सिर देण भी भेजोगे असीं तां भी जावांगे, आप जी दा हुक्म असीं तां भी मन्नांगे, जे तुसीं कहो किते सिर दे के आउणा है ना ते असीं तां भी आप जी दा इह वचन मन्नांगे। इह वेखो धन गुरु अर्जन साहब महाराज जी उस वक्त ही विआह ते चले जांदे ते उत्थे फिर एक बेबलता जिहड़ियां चिट्ठियां लिखदे ने अपने पिता गुरु जी नूं कि मेरा मन लोचा है गुर दर्शन ताई बिल्प करे चातुर की न्याई। सतगुरु धन गुरु अर्जन साहब महाराज जी ने प्रिंसीपल सतबीर सिंह जी लिखदे जी एक बबीहे दी फोटो बना के चिट्ठी दे विच भेजी कि जिवें बबीहा स्वांति बोध नूं तरसदा है, इसे तरह असीं तुहाडे दर्शनां नूं तरसदे हां, किरपा करो सानू दर्शन नसीब हो जाण। भावें वो 2 चिट्ठियां जिहड़ियां सी पृथ्वी चंद जी ने धन गुरु रामदास महाराज जी तक पहुंचण ना दित्तियां, तीजी चिट्ठी तो पता लगा सो धन गुरु अर्जन साहब महाराज जी नूं गुरु रामदास महाराज जी का हुक्म सी जिन्नी देर तक बुलाइए ना उन्नी देर तक आउणा नहीं है। सो फिर बुलावा भेजिया गया, धन गुरु अर्जन साहब महाराज जी नूं बुलाया गया। धन गुरु अर्जन साहब महाराज जी ने अपने जीवन काल विच जिथे गुरबाणी उचारण की ना जी, उत्थे धन गुरु ग्रंथ साहब महाराज जी की बाणी नूं संकलित किया, कट्ठिया किया, संपादना की, जिहड़े वख-वख जातां पातां दा भेद भाव जिहड़ा वो खत्म किया। श्री अमृतसर दे सरोवर की जिहड़ी गल है उन्होंने संपूर्ण किया। सचखंड श्री हरमंदर साहब इस धरती दे उत्ते ऐसी सानू शक्ति ऐसी वो सोमा बख्शिया जिथे आके हर कोई अपनियां झोलियां भर के जांदा है। धन गुरु अर्जन साहब महाराज जी वर्गा शिल्पकार भी कोई नहीं आपां कह सकते, धन गुरु अर्जन साहब महाराज जी वर्गा इंजीनियर भी कोई नहीं, धन गुरु अर्जन साहब महाराज जी वर्गा दूर अंदेश भी कोई नहीं, जिन्हां ने वख वख सिखियावां भावें अपनी मात भाषा की जिहड़ी सिक्ख्या सी ना जी उन्होंने अपने नाना गुरु जी तो ही प्राप्त कर ली सी। अज मैं इत्थे एक गल रोक के जरूर कहनी चाहांगा, असीं अपने बच्चों नूं डॉक्टर इंजीनियर साइंटिस्ट तां बना दिता, बड़ियां बड़ियां डिग्रियां करा दित्तियां, बड़े बड़े ग्रंथ पढ़ा दिते, लेकिन असीं अपनी पंजाबी मां बोली नहीं सिखा सके। संगत जी जरूरी जे साडे बच्चे मां बोली तो वांझे रह गए वो गुरु की बाणी तो वांझे रह जाणगे। जिहड़े गुरु की बाणी तो वांझे रह गए ना
ਉਹਨਾਂ ਦਾ ਜੀਵਨ ਵੀ ਨਿਰਾਰਥਕ ਜੀਵਨ ਹੋ ਜਾਏਗਾ। ਬੇਸ਼ੱਕ ਸਾਇੰਟਿਸਟ ਬਣ ਜਾਣ, ਡਾਕਟਰ ਬਣ ਜਾਣ, ਇੰਜੀਨੀਅਰ ਬਣ ਜਾਣ, ਪਰ ਚੰਗੇ ਇਨਸਾਨ ਨਹੀਂ ਬਣ ਸਕਦੇ। ਚੰਗੇ ਇਨਸਾਨ ਤਾਂ ਬਣਨਗੇ ਜੇ ਗੁਰੂ ਕੀ ਬਾਣੀ ਨਾਲ ਜੁੜਨਗੇ, ਗੁਰੂ ਕੇ ਇਤਿਹਾਸ ਨਾਲ ਜੁੜਨਗੇ। ਗੁਰੂ का इतिहास, गुरु की बाणी ਤਾਂ ਹੀ ਪੜ ਪਾਉਣਗੇ ਜੇ ਆਪਣੀ ਮਾਂ ਬੋਲੀ ਆਉਂਦੀ ਹੋਵੇਗੀ। ਜਿੰਨੀ ਚੰਗੀ ਗੱਲ ਦੂਜੀਆਂ ਭਾਸ਼ਾਵਾਂ ਨੂੰ ਸਿੱਖਣਾ ਹੈ ਨਾ, ਉਸ ਤੋਂ ਕਿਤੇ ਮਾੜੀ ਗੱਲ ਮਾਂ ਬੋਲੀ ਨੂੰ ਭੁੱਲ ਜਾਣਾ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਜਿਹੜੀ ਅੰਦਰ ਮਨ ਬਲਵਾਨ, ਮੈਂ ਗੱਲ ਕੀਤੀ ਸੀ ਆਰੰਭਤਾ ਵਿੱਚ ਕਿ ਜਦ ਤੱਕ ਸਾਡਾ ਮਨ ਬਲਵਾਨ ਨਹੀਂ ਨਾ, ਉਨੀ ਦੇਰ ਤੱਕ ਸਾਡਾ ਤਨ ਵੀ ਬਲਵਾਨ ਨਹੀਂ ਹੋ ਸਕਦਾ, ਉਨੀ ਦੇਰ ਤੱਕ ਸਾਡਾ ਸਰੀਰ ਵੀ ਬਲਵਾਨ ਨਹੀਂ ਹੋ ਸਕਦਾ। ਕਿਉਂਕਿ ਸਰੀਰ ਨੂੰ ਚਲਾਉਣ ਵਾਸਤੇ ਇੱਕ ਖੁਰਾਕ ਚਾਹੀਦੀ। ਸਰੀਰ ਵਿੱਚ ਤਾਕਤ ਲਿਆਉਣੀ ਹੋਵੇ ਚੰਗੀ ਖੁਰਾਕ ਖਾਣੀ ਪਏਗੀ। ਜਿੱਦਾਂ ਅੱਜ ਕੱਲ ਬੱਚੇ ਪੀਜੇ 버ਗਰ ਖਾਈ ਜਾਂਦੇ, ਉਹਦੇ ਨਾਲ ਤੇ ਸਰੀਰ 'ਚ ਤਾਂ ਨਹੀਂ ਨਾ ਤਾਕਤ ਆਉਣੀ। ਪੁਰਾਤਨ ਅਸੀਂ ਚੰਗਾ ਘਿਓ ਖਾਂਦੇ ਸੀ, ਬਦਾਮ ਖਾਂਦੇ ਸੀ, ਕਸਰਤਾਂ ਕਰਦੇ ਸੀ। ਇਸੇ ਤਰ੍ਹਾਂ ਮਨ ਨੂੰ ਬਲਵਾਨ ਕਰਨ ਵਾਸਤੇ ਨਾਮ ਜਪਣਾ ਪੈਂਦਾ ਹੈ। ਜਿੰਨਾ ਤੁਹਾਡਾ ਨਾਮ ਦਾ ਅਭਿਆਸ, ਬਾਣੀ ਦਾ ਅਭਿਆਸ ਵਧੇਗਾ, ਜਿੰਨਾ ਤੁਸੀਂ ਗੁਰੂ ਨਾਲ ਜੁੜੋਗੇ, ਜਿੰਨਾ ਨਾਮ ਜਪੋਗੇ, ਓਨਾ ਮਨ ਬਲਵਾਨ ਹੋਏਗਾ। ਜੇ ਮਨ ਤਗੜਾ ਹੋਵੇ ਤੇ ਫਿਰ ਹੀ ਤਨ ਤਗੜਾ ਹੁੰਦਾ ਹੈ। ਮਨ ਤੋਂ ਬਿਨਾ ਗੱਲ ਨਹੀਂ। ਮਨ ਜੀਤਾ ਜਗ ਜੀਤ। ਜਦੋਂ ਤੱਕ ਅਸੀਂ ਮਨੁੱਖ ਨੇ ਬੜੀ ਦੁਨੀਆ ਜਿੱਤ ਲਈ, ਬੜੀਆਂ ਦੁਨੀਆ ਤੇ ਰਾਜ ਕਰ ਲਏ। ਇੱਥੇ ਬੜੇ ਰਾਜੇ ਆਏ ਜਿਨ੍ਹਾਂ ਨੇ ਸਾਰੀ ਦੁਨੀਆ ਵੀ ਜਿੱਤ ਲਈ ਹੋਵੇਗੀ, ਲੇਕਿਨ ਆਪਣੇ ਮਨ ਦੇ ਅੱਗੇ ਉਹ ਵੀ ਹਾਰ ਗਏ। ਉਹ ਵੀ ਆਪਣੇ ਮਨ ਦੇ ਅੱਗੇ ਹਾਰ ਗਏ। ਆਪਣੇ ਮਨ ਅੱਗੇ ਜਿੱਤਣ ਦੀ ਗੱਲ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਸਾਡੀ ਝੋਲੀ ਵਿੱਚ ਪਾਈ। ਤੇ ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ ਹੈ, ਜ਼ਿੰਦਗੀ ਜਬ ਸੱਚ का गीत गाती है तो मौत फिर झूम झूम कर आती है, दाद देती है गर्दशे दौरा जिंदगी पैदा नाम करती है, सच जब झूठ से टकरा जाता है तो मौत भी झुक के सलाम करती है। याद रखो, कवि लिखता है, उसे जे शौक है कि तर्जे जफा क्या है, लेकिन हमें जे शौक है कि देखें सितम की इंतहा क्या है। धन गुरु अर्जन साहब महाराज जी के संबंध च लिखदिया कहता है, पता नहीं इन डूबने वाले ने क्या कहा इन लहरों से, लहरें आज तक सिर फोड़ती फिरती है साहिल में। धन गुरु अर्जन साहब महाराज जी के संबंध च धन गुरु अर्जन साहब महाराज जी ने सिद्धांत की तत्ती तवी ते बैठ के यह साबित कर दिता सी, सचियार नूं मार के सच की आवाज नूं बंद नहीं किया जा सकता। सच नूं प्यार करने वाले अपनी जान की बाजी ला दिया करते ने, क्योंकि जब से सुना है, जदों दा ये पता लगा सुन लिया है, जब से सुना है मौत में जिंदगी है, जदों दा ये पता लग गया कि मरण तो बाद भी एक जिंदगी मिलती है, सर पे कफन बंद कातल को ढूंढ रहे हैं, कतल करने वाले लभदे फिरदे। ये शहीदी परंपरा दे जिहड़ा काफिला है ना, ये धन गुरु अर्जन साहब महाराज जी ने अपनी शहादत दे के धन गुरु अर्जन साहब महाराज जी नूं जाशा कानून के तहत शहीद किया गया। जाशा कानून का मतलब यह सी कि उन्हां दे जिस्म का खून का कतरा धरती ते नहीं डुलना चाहिए, क्योंकि जे धरती ते खून डुलेगा होर शहीद पैदा हो जाएंगे। लेकिन धन गुरु अर्जन साहब महाराज जी दे पावन पवित्र शरीर दे जिस्म का खून का कतरा कतरा तत्ती तवी ते संगत जी इस करके साड़िया गया सी, पर उन्हां दे ऐसे साडे अंदर रौं भर दित्ती, ऐसा साडे अंदर एक रंग भर दिता कि अज भी ये पंथ कुर्बानियां देण तो कदी पिछे नहीं हटदा। दिल ते करदा है इतिहास थोड़े जी पख होर सांझे करा, लेकिन मैनू भाई दिलराज सिंह जी ने लड़ीवार जिहड़ा शब्द चल रहा है उस वल भी हुक्म कर दिता है। आओ जो लड़ीवार पावन पवित्र गुरबाणी दी कथा चल रही है, इसनू भी आपां संखेप विच सांझा कर लईए। महला तीजा सो तपा जे इहो तप घाले। तपा किहड़ा है? तपस्या करने वाला तपस्वी कौन है? ते इत्थे धन गुरु अमरदास महाराज जी रामकली दी वार विच बयान करके समझाउंदे किहड़ा है। कहंदे जिहड़ा ये तप ये तपस्या करदा है, इस तपस्या दी घालना घालदा है। सतगुर नो मिलै शब्द समाली। जिहड़ा सच्चे गुरु दे नूं मिल जांदा है, जिहदी आत्मा जिहदे हिरदे विच गुरु दा शब्द वस जांदा है, जिन्हें अपने हिरदे विच गुरु दे शब्द नूं वसा लिया, सुरत विच गुरु दे शब्द नूं वसा लिया। सतगुर की सेवा इहो तप परवान। गुरु दी सेवा
ਇਹ ਤਾਪਿਆ ਜਿਹੜੇ ਆਪ ਨਿਤਾ ਪ੍ਰਤੀ ਆ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਝਾੜੂ ਦੀ ਸੇਵਾ, ਪੋਚੇ ਦੀ ਸੇਵਾ, ਲੰਗਰ ਦੀ ਸੇਵਾ, ਵੱਖ-ਵੱਖ ਸਥਾਨਾਂ ਤੇ ਜਾ ਕੇ, ਵੱਖ-ਵੱਖ ਗੁਰੂ ਘਰਾਂ ਵਿੱਚ ਜਾ ਕੇ ਸੰਗਤ ਦੀ ਸੇਵਾ, ਦੁਖੀਆਂ ਦੀ ਸੇਵਾ, ਇਹ ਸੇਵਾ ਜਿਹੜੀ ਹੈ ਅਸਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਮਝਾਉਣਾ ਕਰਦੇ ਆ ਕਿ ਭਾਈ ਸਤਿਗੁਰ ਕੀ ਸੇਵਾ ਇਹ ਤਪ ਪ੍ਰਵਾਨ, ਅਸਲ ਇਹ ਤਪੱਸਿਆ ਪ੍ਰਵਾਨ ਹੈ। ਨਾਨਕ ਸੋ ਤਪਾ ਦਰਗਹਿ ਪਾਵੈ ਮਾਣ। ਦਰਗਾਹ ਵਿੱਚ ਮਾਣ ਵਡਿਆਈ ਉਸ ਨੂੰ ਹੀ ਮਿਲਦੀ ਹੈ ਜਿਹੜਾ ਸੇਵਾ ਕਰਦਾ ਹੈ ਇੱਥੇ ਤੇ ਸਿਮਰਨ ਕਰਦਾ ਹੈ ਇੱਥੇ, ਉਹਨੂੰ ਹੀ ਦਰਗਾਹ ਵਿੱਚ ਵੀ ਲੋਕ ਸੁਖੀਏ ਪਰਲੋਕ ਸੁਹਿਲੇ ਹੁੰਦਾ ਹੈ। ਪੌੜੀ ਰਾਤ ਦਿਨ ਸੁ ਪਾਇਆ ਨਾ ਸੰਸਾਰ ਕੀ ਵਰਤਾਣਾ। ਇੱਥੇ ਵਰਤਣ ਵਾਸਤੇ ਵੱਖ-ਵੱਖ ਇੰਜੀਨੀਅਰਾਂ ਨੇ, ਸਾਇੰਟਿਸਟਾਂ ਨੇ ਵੱਖ-ਵੱਖ ਖੋਜਾਂ ਕੱਢੀਆਂ। ਕਿਸੇ ਨੇ ਮਾਈਕ ਬਣਾਤਾ, ਕਿਸੇ ਨੇ ਕੈਮਰਾ ਬਣਾਤਾ, ਕਿਸੇ ਨੇ ਪੱਖਾ ਬਣਾਤਾ, ਕਿਸੇ ਨੇ ਏਸੀ ਬਣਾਤਾ। ਵੱਖ-ਵੱਖ ਲੋਕਾਂ ਦੀਆਂ, ਵੱਖ-ਵੱਖ ਇੰਜੀਨੀਅਰਾਂ ਦੀਆਂ ਇਹ ਕਾਢਾਂ ਨੇ ਸੰਸਾਰ ਦੇ ਵਰਤਣ ਵਾਸਤੇ ਵੱਖ-ਵੱਖ ਕਾਰਾਂ ਬਣਾ ਦਿੱਤੀਆਂ, ਵੱਖ-ਵੱਖ ਜਹਾਜ਼ ਉੱਡਣ ਵਾਸਤੇ ਬਣਾ ਦਿੱਤੇ। ਇਹ ਵਰਤਣ ਵਾਸਤੇ, ਸੰਸਾਰ ਦੇ ਵਰਤਣ ਵਾਸਤੇ ਜਿੱਥੇ ਇਹ ਸੰਸਾਰ ਦੇ ਇੰਜੀਨੀਅਰਾਂ ਨੇ ਬਣਾਇਆ ਨਾ, ਉੱਥੇ ਰੱਬ ਇੰਜੀਨੀਅਰ ਨੇ ਸੰਸਾਰ ਦੇ ਵਰਤਣ ਵਾਸਤੇ ਦੋ ਚੀਜ਼ਾਂ ਬਣਾਈਆਂ। ਕਿਹੜੀਆਂ-ਕਿਹੜੀਆਂ? ਇੱਕ ਰਾਤ ਬਣਾਈ ਤੇ ਇੱਕ ਦਿਨ ਬਣਾਇਆ ਜਿਹੜਾ ਕੋਈ ਹੋਰ ਇੰਜੀਨੀਅਰ ਨਹੀਂ ਸੀ ਬਣਾ ਸਕਦਾ। ਉਸ ਰੱਬ ਇੰਜੀਨੀਅਰ ਨੇ ਐਸਾ ਸੰਸਾਰ ਦੇ ਵਰਤੋਂ ਵਾਸਤੇ ਰਾਤ ਤੇ ਦਿਨ ਬਣਾ ਦਿੱਤੇ। ਗੁਰਮਤਿ ਕੱਢ ਜਾਣਣਾ ਆਨੇਰ ਬਿਨਾਸਣਾ। ਗੁਰੂ ਦੀ ਮੱਤ ਨਾਲ ਹਿਰਦੇ ਦੇ ਅੰਦਰ ਅੰਤਸ਼ਕਰਨ ਦੇ ਵਿੱਚ ਜਿਹੜਾ ਅੰਧੇਰਾ ਹੈ ਅਗਿਆਨਤਾ ਦਾ ਉਹ ਦੂਰ ਹੁੰਦਾ ਹੈ ਤੇ ਅੰਧੇਰਾ ਜਿਹੜਾ ਹੈ ਉਹ ਖਤਮ ਹੋ ਜਾਂਦਾ, ਨਾਸ਼ ਹੋ ਜਾਂਦਾ ਹੈ। ਹੁਕਮੇ ਹੀ ਸਭ ਸਾਜੀਆਂ ਰਵਿਆ ਸਭ ਵਨ ਤ੍ਰਿਣਾ। ਸਾਰੀ ਖੇਡ ਜਿਹੜੀ ਹੈ ਨਾ ਜੀ ਮਨੁੱਖ ਦੇ ਜਨਮ ਦੀ ਜਾਂ ਸਾਰੀ ਪ੍ਰਕਿਰਤੀ ਦੇ ਪੈਦਾ ਹੋਣ ਦੀ, ਪ੍ਰਕਿਰਤੀ ਬਣਨ ਦੀ, ਧਰਤੀ ਦੇ ਬਣਨ ਦੀ, ਇਹ ਜੋ ਕੁਝ ਵੀ ਹੈ ਇਹ ਕੀਤਾ ਪਸਾਓ, ਇੱਕੋ ਕਵਾਓ, ਇਹ ਉਹਦੇ ਹੁਕਮ ਵਿੱਚ, ਕਰਤੇ ਦੇ ਹੁਕਮ ਵਿੱਚ ਸਭ ਕੁਝ ਪੈਦਾ ਹੋਇਆ ਹੈ। ਜਿਹੜਾ ਪੋਜ਼ਿਟਿਵ ਤੇ ਨੈਗੇਟਿਵ ਹੈ ਇਹ ਸਾਰਾ ਕੁਝ ਕਰਤੇ ਦੇ ਹੁਕਮ ਵਿੱਚ ਹੈ, ਉਹਦੇ ਹੁਕਮ ਵਿੱਚ ਚੱਲ ਰਿਹਾ ਹੈ। ਦਿਨ ਤੇ ਰਾਤ ਉਹਦੇ ਹੁਕਮ ਵਿੱਚ ਹੈ। ਸਭ ਕਿਛ ਆਪੇ ਆਪ ਹੈ ਗੁਰਮੁਖ ਸਦਾ ਹਰ ਭਾਣਾ। ਜਿਨ੍ਹਾਂ ਨੂੰ ਇਹ ਸਮਝ ਆ ਜਾਂਦੀ ਹੈ ਜੀ ਕਿ ਉਹ ਪਰਮਾਤਮਾ ਸਭ ਕੁਝ ਆਪ ਹੀ ਹੈ, ਉਹ ਹਰ ਥਾਂ ਤੇ ਆਪ ਹੀ ਹੈ, ਜਿਨ੍ਹਾਂ ਨੂੰ ਇਹ ਸਮਝ ਆ ਜਾਂਦੀ ਹੈ ਨਾ, ਉਹ ਫਿਰ ਦੁਸ਼ਮਣਾਂ ਨੂੰ ਹੀ ਮਸ਼ਕ ਲੈ ਕੇ ਜਲ ਛਕਾਈ ਜਾਂਦੇ ਆ, ਉਹ ਮਲਮ ਪੱਟੀ ਕਰੀ ਜਾਂਦੇ ਆ। ਉਹ ਸਭਨਾਂ ਦੇ ਵਿੱਚੋਂ ਉਸ ਨੂੰ ਹੀ ਵੇਖਦੇ ਆ ਕਿ ਜਿੱਧਰ ਵੇਖਦਾ ਪਾਤਸ਼ਾਹ ਤੂੰ ਹੀ ਦੇਖਦਾ ਹੈ, ਜਿੱਧਰ ਵੇਖਦਾ ਤੂੰ ਹੀ ਦੇਖਦਾ ਹੈ। ਉਹਨਾਂ ਨੂੰ ਇਹ ਸਮਝ ਆ ਜਾਂਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਮਝਾਉਂਦੇ ਆ ਕਿ ਉਸ ਵਾਹਿਗੁਰੂ ਨੂੰ ਫਿਰ ਜਪਣਾ ਕਰੋ, ਗੁਰੂ ਦੇ ਨਾਲ ਜੁੜ ਕਰਕੇ ਉਹਦਾ, ਉਸ ਪਰਮਾਤਮਾ ਦੀ ਇਬਾਦਤ ਕਰੋ। ਸਭ ਦੇ ਹੀ ਸੋਝੀ ਪਈ ਸੱਚਾ ਆਪ ਬੁਝਾਈ। ਤੇ ਸੰਗਤ ਜੀ ਸ਼ਬਦ ਦੁਆਰਾ ਹੀ ਅੰਤਸ਼ਕਰਨ ਦੇ ਵਿੱਚ ਜਿਹੜੀ ਹੈ ਉਹ ਸਮਝ ਪੈਂਦੀ ਹੈ, ਸੂਝ ਪੈਂਦੀ ਹੈ। ਕਿਉਂਕਿ ਜੇ ਪੇਟ ਵਿੱਚ ਕੋਈ ਸਾਡੇ ਪਦਾਰਥ ਜਾਂਦਾ ਹੈ ਤੇ ਸਾਡਾ ਖੂਨ ਬਣਦਾ ਹੈ, ਲੇਕਿਨ ਅੰਤਸ਼ਕਰਨ ਦੇ ਵਿੱਚ ਕਹਿੰਦੇ ਜੀ ਤਿੰਨ ਚੀਜ਼ਾਂ ਨੇ ਜਿਹੜੀਆਂ ਅਸੀਂ, ਇੱਕ ਸੋਲਿਡ, ਲਿਕੁਇਡ ਤੇ ਗੈਸੇਸ, ਜਿਹੜੀਆਂ ਸਾਡੇ ਅੰਦਰ ਤਿੰਨ ਚੀਜ਼ਾਂ ਜਾਂਦੀਆਂ। ਤਿੰਨ ਚੀਜ਼ਾਂ ਸਾਇੰਸ ਕਹਿੰਦੀ ਜਾਂਦੀਆਂ ਨਾ। ਚੌਥੀ ਚੀਜ਼ ਜਿਹੜੀ ਜਾਂਦੀ ਉਹ ਸਾਡੇ ਅੰਦਰ ਜਾਂਦਾ ਹੈ ਸ਼ਬਦ। ਤੇ ਜਿਹੋ ਜਿਹਾ ਸ਼ਬਦ ਸਾਡੇ ਅੰਦਰ ਜਾਂਦਾ ਹੈ ਨਾ ਜੀ, ਉਹੋ ਜਿਹਾ ਮਨੁੱਖ ਹੋ ਜਾਂਦਾ ਹੈ। ਮੈਂ ਕਈ ਵਾਰ ਇਹ ਗੱਲ ਕਹੀ, ਜਿਹੋ ਜੀ ਇਨਕਮਿੰਗ ਜਾਏਗੀ ਉਹੋ ਜੀ ਆਊਟ ਗੋਇੰਗ ਆਏਗੀ। ਪਿਆਰਿਓ, ਜੇ ਆਪਾਂ ਆਪਣੇ ਮੋਬਾਈਲ ਵਿੱਚ ਕੋਈ ਬੰਦਾ ਕਵੇ ਕਿ ਮੈਂ ਇਸ ਮੋਬਾਈਲ ਦੇ ਵਿੱਚ ਭੈੜੀਆਂ ਫਿਲਮਾਂ ਭਰ ਲੀਆਂ, ਕਈ ਤਰ੍ਹਾਂ ਦਾ ਗੰਦ ਪਿਲ ਭਰਿਆ ਹੋਵੇ ਉਹਦੀ ਮੈਮਰੀ ਵਿੱਚ, ਤੇ ਉਹਦੇ ਵਿੱਚੋਂ ਚਾਹਵੇ ਕਿ ਮੈਨੂੰ ਕੀਰਤਨ ਸੁਣਨ ਨੂੰ ਮਿਲ ਜੇ, ਸਾਧ ਸੰਗਤ ਦੇ ਦਰਸ਼ਨ ਹੋ ਜਾਣ, ਨਹੀਂ ਨਾ ਹੋਣਗੇ, ਕਿਉਂਕਿ ਜੋ ਉਹਦੇ ਵਿੱਚ ਪਾਇਆ ਉਹੀ ਬਾਹਰ ਆਉਣਾ ਹੈ। ਸੇਮ ਗੱਲ ਹੈ, ਜਿਹੋ ਜਿਹਾ ਸਾਡੇ ਅੰਦਰ ਜਾਂਦਾ ਹੈ ਉਹੋ ਜਿਹਾ ਬਾਹਰ ਆਉਂਦਾ। ਮੈਂ ਕਈ ਵਾਰ ਇਹ ਗੱਲ ਕਹੀ, ਜਿਹੜੇ ਬੱਚੇ ਗੰਦੀਆਂ ਗਾਲਾਂ ਕੱਢਦੇ ਨੇ ਨਾ, ਇਹ ਮਤ ਸੋਚਿਓ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਗੰਦ ਗਿਆ ਹੈ। ਕੰਨਾਂ ਨਾਲ ਜੋ ਸੁਣਦੇ ਆ ਉਹ ਸਾਡੇ ਅੰਦਰ ਉਸੇ ਤਰ੍ਹਾਂ ਦੇ, ਉਸੇ ਭਾਸ਼ਾ ਵਿੱਚ ਵਿਚਾਰ ਬਣਦੇ ਨੇ। ਜਿਹੋ ਜਿਹੇ ਵਿਚਾਰ ਬਣਦੇ ਨੇ ਉਹੋ ਜਿਹੇ ਸੰਸਕਾਰ ਬਣਦੇ ਨੇ। ਜਿਹੋ ਜਿਹੇ ਸੰਸਕਾਰ ਹੋਣ ਉਵੇਂ ਦਾ ਆਚਰਣ ਬਣਦਾ। ਮਨੁੱਖ ਦਾ ਆਚਰਣ ਅੰਦਰ ਜਾਣ ਵਾਲੇ ਸ਼ਬਦਾਂ ਤੇ ਡਿਪੈਂਡ ਕਰਦਾ ਹੈ। ਸ਼ਬਦ ਦੇ ਦੁਆਰਾ ਹੀ ਅੰਤਸ਼ਕਰਨ ਵਿੱਚ ਸੋਝੀ ਤੇ ਸਮਝ ਪੈਂਦੀ ਹੈ। ਵਾਹ ਵਾਹ ਸੱਚੇ ਪਾਤਸ਼ਾਹ
ਤੂੰ ਸੱਚੀ ਨਾਈ। ਵਾਹਿਗੁਰੂ ਵਾਹਿਗੁਰੂ ਤੂੰ ਅਚਰਜ ਹੈ, ਤੇਰੀ ਅਚਰਜਤਾ ਬੜੀ ਮਹਾਨ ਹੈ। ਤੇ ਵਾਹਿਗੁਰੂ ਜੀ ਤੂੰ ਆਪ ਹੀ ਸਦੀਵ ਕਾਲ ਹੈ, ਸਦੀਵ ਥੇ ਰਹਿਣ ਵਾਲਾ ਹੈ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਅੰਮ੍ਰਿਤ ਬਚਨ ਅੱਜ ਸਾਡੀ ਝੋਲੀ ਵਿੱਚ ਪਾਏ। ਤੇ ਇੱਕ ਵਾਰ ਆਪਾਂ 1 ਮਿੰਟ ਵਾਸਤੇ ਜ਼ਰੂਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੰਬੰਧ ਵਿੱਚ ਭੱਟ ਸਾਹਿਬਾਨ ਨੇ ਕਿਹਾ ਨਾ ਕਿ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਧੰਨ 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 ਜਾਨੇ ਆਇਆ, ਜੇ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸਵਾਓ, ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੇ ਸੰਸਾਰ, ਤਿਸ ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਨਮਸਕਾਰ ਕਰੀਏ, ਆਖੋ ਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ। ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ। ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ। ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ। ਧੰਨ ਹੈ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ। ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ। ਆਪਣੇ ਘਰਾਂ ਵਿੱਚ ਜਪਿਆ ਕਰੋ, ਬੱਚਿਆਂ ਨੂੰ ਜਪਾਇਆ ਕਰੋ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਜੁੜਿਆ ਕਰੋ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬਾਨ ਜੀ ਦਾ, ਸਮੁੱਚੇ ਪ੍ਰਬੰਧਕਾਂ ਦਾ ਹਾਰਦਿਕ ਤੌਰ ਤੇ ਧੰਨਵਾਦ। ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਗੁਰੂ ਦੇ ਬਚਨ ਆਪਣੇ ਹਿਰਦੇ ਵਿੱਚ ਵਸਾ ਕੇ ਆਓ। ਆਖਰੀ ਪੰਕਤੀਆਂ ਪੜ੍ਹ ਕੇ ਗੁਰੂ ਦੇ ਚਰਨਾਂ ਵਿੱਚ ਫਤਿਹ ਦੀ ਸਾਂਝ ਕਰੀਏ। ਇੱਕ ਅਰਦਾਸ ਸੰਗਤ ਜੀ ਮੇਰੇ ਵਾਸਤੇ ਗੁਰੂ ਚਰਨਾਂ ਜ਼ਰੂਰ ਕਰ ਦੇਣੀ। ਸਤਿਗੁਰੂ ਜੀ ਬੇਸ਼ੱਕ ਗਰੀਬੀ ਦਾ ਰਾਜ ਬਖਸ਼ੀ, ਐ ਪਰਸੀਸ ਤੇ ਸਿੱਖੀ ਦਾ ਤਾਜ ਬਖਸ਼ੀ। ਆਓ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ। ਸਬਦੇ ਹੀ ਸੋਝੀ ਪਈ, ਸੱਚਾ ਆਪ ਬੁਝਾਈ। ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।